ਕੀ ਹੋਇਆ ਵੀ ਤੁਸੀਂ ਜਿਸ ਵਾਰੀ 3 ਵਾਰ ਮੰਤਰੀ ਤੁਸੀਂ ਰਹਿ ਚੁੱਕੇ ਹੋ, ਅੱਜ ਕਿਉਂ ਲੋਕਾਂ ਨੇ ਬਾਹਰ ਨਿਕਲਣਾ ਮੁਸ਼ਕਲ ਕੀਤਾ ਪਿਆ? ਔਰ ਆਪਾਂ ਰਾਜੀਵ ਗਾਂਧੀ ਵੀ ਬਿਆਨ ਸੁਣਿਆ ਹੈ, ਸੋਨੀਆ ਦੇ ਵੀ ਸੁਣਿਆ ਹੈ, ਇਹਨਾਂ ਦਾ ਸਿੱਬਲ ਜਿਹੜਾ ਵਕੀਲ ਸੀ ਉਹਨੇ ਵੀ ਗੱਲ ਕਹੀ ਸੀ, ਕੈਪਟਨ ਨੇ ਵੀ ਗੱਲ ਕਹੀ। ਇਹ ਗੱਲਾਂ ਇਹ ਲਿਆਣਾ ਚਾਹੁੰਦੇ ਸੀਗੇ ਪਰ ਲਿਆ ਨਹੀਂ ਸਕੇ, ਇਹਨਾਂ 'ਚ ਦਮ ਨਹੀਂ ਹੈ। ਜਿਹੜੀ ਅੜ ਪਈ ਹੋਈ ਆ, ਭਾਵੇਂ ਕਿਸਾਨਾਂ ਵੱਲੋਂ ਪਈ ਹੋਵੇ ਭਾਵੇਂ ਸਰਕਾਰ ਵੱਲੋਂ ਪਈ ਹੋਵੇ, ਪਰ ਇਸ ਨੂੰ ਤੁਸੀਂ ਦਮ ਕਹਿੰਦੇ? ਜਦੋਂ ਟਕੈਤ ਸਾਹਿਬ ਨੂੰ ਕੋਈ ਪੁੱਛਦਾ ਹੈ मीडिया, जो मेरे वर्गा सामने डिबेट दा, मैं किसी से बात नहीं करूंगा, अकेले मेरी बात, उन्होंने जवाब ही नहीं है। बार बार दस भी दिता, एक कह भी देंगे अभी MSP दे देंगे, पर लिख नहीं रहे, कागज से लिख नहीं रहे। कानून वापसी नहीं तो घर वापसी नहीं, अड़ी नाल गल नहीं होंदी, बैठ के गल होंदी है। राज्यपाल साहब आए और कैप्टन साहब को गए, 360 से सौदा किया और मुँह च लड्डू पाया। तो तोमर ने जो सद्दा पत्र भेजा ਉਹਦੇ ਵਿੱਚ ਵੀ ਨਖਰੇ, ਆ ਵਰਡਿੰਗ ਨਹੀਂ ਹੈ, ਆ ਵਰਡਿੰਗ ਨਹੀਂ ਹੈ। ਕਿਸਾਨ ਜਥੇਬੰਦੀ ਮੁਕਾਣੀ ਕਿੱਥੇ ਜਾਂਦੀ ਹੈ? ਇਹ ਨਖਰੇ ਕਰ ਰਹੇ ਨੇ। ਦਿੰਦੇ ਦਿੰਦੇ ਕਿਤੇ ਮੂੰਹ ਚੋਂ ਇਹ ਨਿਕਲ ਗਿਆ ਵੀ ਅਕਾਲੀ ਭਾਜਪਾ ਸਰਕਾਰ ਹੀ ਆਏਗੀ। ਇਹ ਸੁਖਬੀਰ ਨਾਲ ਤਾਂ ਹੋਈ ਕਿ ਸੱਪ ਤੋਂ ਡਰਦੀ ਕੱਟੇ ਚੱਡੀ, ਕੱਟੇ ਲਿਆ ਕੇ ਸਭ ਤੇ ਸੁੱਟੀ। और जी नीयत जी चल रही है, साजिश कोई और है, ये थोड़े दिनों की गल है, पर्दा बाहर हो जाऊगा। आज ही कर दो, दस दो की साजिश चल, अपने आप बाहर आऊगा, दसन की लोड़ नहीं होती। ਅਸੀਂ ਤਾਂ अगर थोड़ी जी गल कहते ना, किसानों ਨੂੰ ਮਾੜਾ ਬੋਲਦਾ, ਪਰਦਾ ਤੰਤਰ ਦੇ ਵਿੱਚ ਅਸੀਂ ਕਿਸੇ ਨੂੰ ਗਾਲ ਕੱਢ ਕੇ ਤਾਂ ਨਹੀਂ ਬੋਲਦੇ। ਰਾਸ਼ਟਰੀ ਝੰਡੇ ਦੇ ਉੱਪਰ ਭਾਜਪਾ ਦਾ ਝੰਡਾ ਹੈ, ਉਹ ਤਾਂ ਤਸਵੀਰ ਆਪਾਂ ਹੁਣੇ ਕੈਮਰੇ ਤੇ ਚੱਲ ਸਕਦੀ ਹੈ। ਤੁਹਾਡੀ ਸਮਝ ਨਹੀਂ ਆਉਂਦੀ, ਇਹ ਸਾਰਾ ਕੰਮ ਮੀਡੀਆ ਨੇ ਖਰਾਬ ਕੀਤਾ ਹੈ। ਸੋ ਕਿਸਾਨੀ ਅੰਦੋਲਨ ਲਗਾਤਾਰ ਲੰਬਾ ਚੱਲਦਾ ਜਾ ਰਿਹਾ। ਕਿਸਾਨ ਮਹਾਪੰਚਾਇਤਾਂ ਦਿੱਲੀ ਦੇ ਸਿੰਘੂ ਬਾਰਡਰ ਤੋਂ ਚੱਲ ਕੇ MP ਪੁੱਜੀਆਂ, ਪੱਛਮੀ ਬੰਗਾਲ ਪੁੱਜੀਆਂ ਤੇ ਹੁਣ ਵਾਰੀ UP ਦੀ ਆ ਚੁੱਕੀ ਹੈ। ਇੰਨੇ ਸਾਰੀਆਂ ਰਾਜਾਂ ਦੇ ਵਿੱਚ ਹੁਣ ਕਿਸਾਨੀ ਅੰਦੋਲਨ ਦੀ ਮਾਰ ਵੇਖਣ ਨੂੰ ਮਿਲ ਰਹੀ ਹੈ। ਸਾਡੇ ਨਾਲ ਅੱਜ ਇੱਕ ਅਜਿਹਾ ਚਿਹਰਾ ਭਾਜਪਾ ਪਾਰਟੀ ਦਾ ਜੋ ਲਗਾਤਾਰ ਕਹਿੰਦੇ ਨੇ ਕਿ ਮੈਂ ਆਪਣੀ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਅੱਜ ਵੀ ਖੜਾ, ਭਾਵੇਂ ਸਿਆਸਤਦਾਨਾਂ ਦਾ ਬਾਹਰ ਨਿਕਲਣਾ ਲੋਕਾਂ ਨੇ ਔਖਾ ਕੀਤਾ ਪਿਆ। ਮੈਂ ਗੱਲ ਕਰ ਰਿਹਾ 3 ਵਾਰ ਦੇ ਮੰਤਰੀ, ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੁਰਜੀਤ ਕੁਮਾਰ ਜੈਣੀ ਜੀ ਦੇ ਨਾਲ ਅਸੀਂ ਜੁੜੇ ਹਾਂ ਅੱਜ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਬਹੁਤ ਬਹੁਤ ਸਵਾਗਤ ਜੀ। ਸਤਿ ਸ੍ਰੀ ਅਕਾਲ ਜੀ। ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਸਿੰਘੂ ਬਾਰਡਰ ਤੋਂ ਚੱਲ ਕੇ ਅੰਦੋਲਨ ਵੱਖ-ਵੱਖ ਰਾਜਾਂ 'ਚ ਗਿਆ, ਤੇ ਕੀ ਹੋਇਆ ਵੀ ਤੁਸੀਂ ਜਿਸ ਵਾਰੀ 3 ਵਾਰ ਮੰਤਰੀ ਤੁਸੀਂ ਰਹਿ ਚੁੱਕੇ ਹੋ, ਅੱਜ ਕਿਉਂ ਲੋਕਾਂ ਨੇ ਬਾਹਰ ਨਿਕਲਣਾ ਮੁਸ਼ਕਲ ਕੀਤਾ ਪਿਆ? ਦੇਖੋ, ਪਹਿਲੀ ਗੱਲ, ਇਹ ਕਿਸਾਨੀ ਮੁੱਦਾ ਹੀ ਨਹੀਂ ਹੈ। ਕਿਸਾਨੀ ਮੁੱਦੇ ਦੀ ਗੱਲ ਜੇ ਹੋਵੇ ਜਾਂ ਕਾਨੂੰਨਾਂ ਦਾ ਵਿਰੋਧ ਹੋਵੇ, ਇਹ ਨਾ ਕਾਨੂੰਨਾਂ ਦਾ ਵਿਰੋਧ ਨਹੀਂ ਹੈ, ਕਿਸਾਨੀ ਮੁੱਦਾ ਨਹੀਂ ਹੈ। ਇਹ ਸਿਰਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬਦਨਾਮ ਕਰਨ ਦਾ, ਔਰ ਇਹ ਦੇਖਣ ਦਾ ਕਿ ਨਰਿੰਦਰ ਮੋਦੀ ਹੁਣ ਜਿਹੜੇ ਹੈ ਕੁਰਸੀ ਤੋਂ ਜਾਣ ਵਾਲੇ ਨਹੀਂ ਹੈ, ਔਰ ਭਾਰਤੀ ਜਨਤਾ ਪਾਰਟੀ ਦੀ ਲਗਾਤਾਰ ਜਿਹੜੀ ਸਟੇਟਾਂ ਵਿੱਚ ਸਰਕਾਰ ਬਣ ਰਹੀ ਹੈ। ਇਸ ਕਰਕੇ ਇੱਥੋਂ ਜਿਹੜਾ ਪੰਜਾਬ ਤੋਂ ਗੱਲ ਚੱਲੀ ਸੀਗੀ, ਅਗਰ ਕਾਨੂੰਨਾਂ ਦਾ ਵਿਰੋਧ ਹੁੰਦਾ ਤਾਂ ਕਾਨੂੰਨ ਤਾਂ ਪੰਜਾਬ 'ਚ ਆਲਰੇਡੀ ਪਹਿਲੇ ਸੀਗੇ। ਕੈਪਟਨ ਸਾਹਿਬ ਜਿਹੜੇ ਅੱਜ ਵੱਡੇ ਘਰਾਣਿਆਂ ਦੀ ਗੱਲ ਕਰਦੇ ਹੈ, ਤਾਂ ਕੈਪਟਨ ਸਾਹਿਬ ਵੱਡੇ ਘਰਾਣਿਆਂ ਨੂੰ ਲੈ ਕੇ ਆਏ ਸੀ ਔਰ ਸਟੇਜਾਂ 'ਤੇ ਵੀ ਕਿਹਾ ਸੀ, ਔਰ ਗੱਲ ਬੱਖਣੀ ਇਹ ਵੀ ਆਪਦੀ ਬਿਆਨ ਦੇ ਵਿੱਚ ਕਿਹਾ ਸੀ ਕਿ ਰਿਲਾਇੰਸ ਆ ਗਿਆ, ਗੋਦਰੇਜ ਪਿੱਛੇ ਆ ਰਹੀ ਹੈ। 12,500 ਪਿੰਡਾਂ ਨੂੰ ਗਲਬੱਕੜੀ 'ਚ ਲੈ ਕੇ ਮਨੋਰੰਜਨ ਦੇ ਸਾਧਨ 'ਤੇ ਇਹ ਜਿਹੜੇ ਮਤਲਬ ਵੱਡੇ ਘਰਾਣੇ ਜਿਹੜੇ ਹੈ ਇਹ ਪੰਜਾਬ ਦਾ, ਕਿਸਾਨ ਦਾ, ਅਤੇ ਇਹ ਕਰਨਗੇ, ਮਨੋਰੰਜਨ ਕਰਨਗੇ। ਉਦੋਂ ਵਿਰੋਧ ਕਰਨਾ ਸੀ, ਉਦੋਂ ਵਿਰੋਧ ਨਹੀਂ ਕੀਤਾ। ਜੇ ਅਗਰ ਇਹ ਚੀਜ਼ ਵੱਡੇ ਘਰਾਣਿਆਂ ਦੇ ਵਿਰੋਧ ਕਰਦੇ ਤਾਂ ਉਦੋਂ ਕਰਨਾ ਸੀਗਾ। ਉਦੋਂ ਸ਼ਾਇਦ ਜਾਗਰੂਕਤਾ ਨਹੀਂ ਸੀ, ਹੁਣ ਲੋਕ ਜਾਗਰੂਕ ਹੋ ਗਏ। ਜਥੇਬੰਦੀਆਂ ਤਾਂ ਜੀ ਆਮ ਕੰਮ ਸੀਗੀਆਂ। ਰਾਜੇਵਾਲ ਤਾਂ ਕਹਿੰਦਾ ਮੈਂ 50 ਸਾਲ ਤੋਂ ਕੰਮ ਕਰ ਰਿਹਾ, ਬਾਕੀ ਜਥੇਬੰਦੀਆਂ ਤਾਂ ਸੀਗੀ, ਕਿਉਂ ਨਹੀਂ ਵਿਰੋਧ ਕੀਤਾ ਵੱਡੇ ਘਰਾਣੇ ਦਾ। ਉਹਦੇ ਬਾਅਦ ਕੰਟੈਕਟ ਫਾਰਮਿੰਗ ਜਿਹੜੀ ਹੈ ਉਹ ਬਾਦਲ ਸਾਹਿਬ ਜਿਹੜੇ ਲੈ ਕੇ ਆਏ, ਉਹਦੇ ਵਿੱਚ ਅਸੀਂ ਵੀ ਸੀ, ਭਾਰਤੀ ਜਨਤਾ ਪਾਰਟੀ ਸਰਕਾਰ ਦੇ ਨਾਲ ਲਾਈਨ ਸੀਗੇ। ਉਹ ਕੰਟੈਕਟ ਫਾਰਮਿੰਗ ਦਾ ਜਿਹੜਾ ਬਾਦਲ ਸਾਹਿਬ ਨੇ ਕਾਨੂੰਨ ਬਣਾਇਆ ਸੀ, ਉਹ ਪੜ੍ਹ ਕੇ ਦੇਖੋ ਪਹਿਲੇ ਤਾਂ, ਕਿਸਾਨ ਜਥੇਬੰਦੀਆਂ ਪੜ੍ਹਨ। ਉਹਦੇ ਵਿੱਚ ਕਿਸਾਨ ਨੂੰ ਬੌਂਡ ਕੀਤਾ ਹੋਇਆ, ਕਿਸਾਨ ਨੂੰ ਕਿਹਾ ਹੈ ਕਿ ਇਹਨੂੰ 5 ਲੱਖ ਜੁਰਮਾਨਾ ਅਗਰ ਕਿਸਾਨ। ਕਿ ਇਹ ਅੱਜ ਵੀ ਕਿਸਾਨ ਜਿਹੜੇ ਨੇ ਉਸ ਦੇ ਖਿਲਾਫਤ ਕਰ ਰਹੀ ਹੈ ਭਾਜਪਾ ਪਾਰਟੀ, ਉਹਨਾਂ ਦੇ ਖਿਲਾਫ ਚੱਲ ਰਹੀ ਹੈ, ਤੇ ਜੇ ਨਹੀਂ ਮੰਨਣਗੇ ਤਾਂ 2024 ਦੇ ਵਿੱਚ ਸਰਕਾਰ ਚੱਲ ਜੂਗੀ, ਫਿਰ ਆਹੀ ਕੁਛ। ਬੜੀ ਗੱਲ ਹੈ। ਚਲੋ ਇਹ ਮੰਨੀ ਗੱਲ ਹੈ, ਪ੍ਰਜਾਤੰਤਰ ਵੋਟ ਦੀ ਤਾਕਤ ਹੈ। ਸਾਨੂੰ ਸ਼ਹੀਦਾਂ ਨੇ ਵੋਟ ਦੀ ਤਾਕਤ ਲੈ ਕੇ ਦਿੱਤੀ ਆ, ਕੁਰਬਾਨੀ ਕਰਕੇ ਹੱਸਦੇ ਫਾਂਸੀ ਦੇ ਫੰਦੇ ਸਰੀਰ 'ਤੇ ਯਾਤਨਾ ਸੇ, ਕਿ ਇਸ ਤੋਂ ਵੱਡੀ ਤਾਕਤ ਸਾਡੇ ਕੋਲ ਹੈ ਨਹੀਂ। ਤੁਸੀਂ ਅੱਜ ਮਤਲਬ ਕਿਸ ਆੜ ਦੇ ਵਿੱਚ ਜਿਹੜੇ ਅੱਜ ਜਿਹੜੇ ਹੈ ਜਥੇਬੰਦੀਆਂ ਉੱਥੇ ਬੈਠੀ ਹੈ, ਤਾਲੀਬਾਨ ਫਰਮਾਨ ਦਿੰਦੀ ਹੈ ਉੱਥੋਂ ਕਿ ਭਾਰਤੀ ਜਨਤਾ ਪਾਰਟੀ ਨੂੰ ਬਾਹਰ ਨਾ ਨਿਕਲਣ ਦਿਓ, ਇਹ ਨਾ ਨਿਕਲਣ ਦਿਓ, ਔਰ ਅੱਜ ਇਹ ਨਾਲ ਉੱਤੇ ਉਹ ਕਹਿੰਦੇ ਹੈ ਕਿ ਅਸੀਂ ਅਮਨ ਸ਼ਾਂਤੀ ਜਿਹੜੇ ਨਾਲ ਅਸੀਂ ਸੰਘਰਸ਼ ਕਰ ਰਹੇ ਹਾਂ। ਅਮਨ ਸ਼ਾਂਤੀ ਤਾਂ ਆਪੇ ਹੀ ਹੈ ਕਿ ਸੈਂਟਰ ਸਰਕਾਰ ਕੁਛ ਕਰ ਹੀ ਨਹੀਂ ਰਹੀ।
26 ਜਨਵਰੀ ਨੂੰ ਦਿੱਲੀ ਦੇ ਵਿੱਚ ਪੁਲਿਸ ਕੁੱਟੀ ਜਾਂਦੀ ਹੈ, 400 ਬੰਦੇ ਪੁਲਿਸ ਦੇ ਜ਼ਖਮੀ ਹੋ ਜਾਂਦੇ, ਇਹਨਾਂ ਨੂੰ ਓਏ ਤੱਕ ਨਹੀਂ ਕਹੀ ਜਾਂਦੀ। ਇਸ ਤੋਂ ਵੱਡੀਆ ਅੱਛੀ ਸਰਕਾਰ ਹੋ ਨਹੀਂ ਸਕਦੀ। ਨਹੀਂ ਉਦੋਂ ਵੀ ਕਹਿੰਦੇ ਬਜ਼ੁਰਗ ਚੱਕੇ ਗਏ ਜਿਹੜੇ ਕਹਿ ਰਹੇ ਸੀ ਅਸੀਂ ਲੰਗਰ ਛਕਦੇ ਹੋਏ ਸਾਨੂੰ ਚੱਕ ਲਿਆ। ਚਲੋ ਉਹ ਗੱਲ ਆਪਾਂ ਛੱਡ ਵੀ ਦਿੰਦੇ ਹਾਂ। ਹੁਣ ਜੇ ਆਈਏ ਭਾਜਪਾ ਪਾਰਟੀ ਕਹਿੰਦੀ ਹੈ, ਅਮਿਤ ਸ਼ਾਹ ਗ੍ਰਹਿ ਮੰਤਰੀ ਸਾਹਿਬ ਉਹ ਵੀ ਬਿਆਨ ਦੇ ਚੁੱਕੇ ਨੇ ਵੀ 117 ਦੀਆਂ 17 ਸੀਟਾਂ ਤੇ ਅਸੀਂ ਚੋਣ ਲੜਾਂਗੇ, ਪਰ ਵਿਰੋਧੀ ਧਿਰ ਕਹਿ ਰਿਹਾ 117 ਤੇ ਇਹਨਾਂ ਨੂੰ ਬੰਦੇ ਨਹੀਂ ਇੱਥੇ ਆਉਣੇ। ਚਿਹਰੇ ਤਾਂ ਦੱਸੋ 117 ਕਿਹੜੇ ਨੇ ਤੁਹਾਡੇ ਕੋਲ? ਦੇਖੋ ਪੰਜਾਬ 'ਚ 117 ਦੇ ਸਾਰਾ ਸੀਟਾਂ ਲੜਾਂਗੇ ਔਰ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਸਰਕਾਰ ਬਣਾਏਗੀ। ਕਿਸੇ ਨੂੰ ਵਹਿਮ ਹੈ ਤਾਂ ਕੱਢ ਦੇਣ। ਅਨਿਲ ਜੋਸ਼ੀ ਵਰਗੇ ਤੁਹਾਡੇ ਆਪਦੇ ਜਿਹੜੇ ਹਮਾਇਤੀ ਪੁਰਾਣੇ ਜਿਹਨਾਂ ਨੂੰ ਆਪਾਂ ਕਹਿ ਲਈਏ ਵੀ ਤੁਹਾਡੇ ਨਾਲ ਜੁੜੇ ਹੋਏ ਸੀ, ਉਹ ਛੱਡ ਕੇ ਜਾ ਰਹੇ ਨੇ ਵਿਚਾਰਧਾਰਾ, ਅੱਜ ਉਹਨਾਂ ਨੂੰ ਪਰਾਈ ਲੱਗਣ ਲੱਗ ਪਈ। ਦੇਖੋ ਇਹ ਤਾਂ ਹਮੇਸ਼ਾ ਹੁੰਦਾ ਹੈ, ਆਣਾ ਜਾਣਾ। ਜਿਹੜਾ ਗਿਆ ਨਾ ਭਾਰਤੀ ਜਨਤਾ ਪਾਰਟੀ ਛੱਡ ਕੇ, ਉਹ ਰੋਂਦਾ ਹੋਇਆ ਆਇਆ। ਭਾਵੇਂ ਕੋਈ ਲੀਡਰ ਦੇਖ ਲਓ ਜਿਹੜਾ ਗਿਆ ਮੁੜ ਕੇ ਰੋਂਦਾ। ਇਹ ਦੋਸ਼ੀ ਸਾਹਿਬ ਵੀ 6 ਮਹੀਨੇ ਦੀ ਡੁਗਡੁਗੀ ਆ ਜਾਣਗੇ, ਇਹਦੇ ਵਿੱਚ ਨਹੀਂ ਆਣਗੇ। ਪੰਜਾਬ ਦੀ ਅਗਰ ਗੱਲ ਕਰੀਏ, ਪੰਜਾਬ ਦੇ ਵਿੱਚ ਇਹ ਸਾਰੇ ਜਿੰਨੇ ਵੀ ਰਾਜਨੀਤੀ ਟੋਲਾ ਹੈ, ਇਹ ਬਗੈਰ ਪਿੰਦੇ ਦੇ ਲੋਟੇ ਨੇ। ਕਦੇ ਇੱਧਰ ਗੁੜ ਜਾਂਦੇ, ਕਦੇ ਇੱਧਰ ਗੁੜ ਜਾਂਦੇ ਨੇ। ਜਿਹੜਾ ਆਮ ਆਦਮੀ ਪਾਰਟੀ ਹੈ, ਜਿਹੜੇ ਕੇਜਰੀਵਾਲ ਲਾਲਾ ਜੀ ਦਿੱਲੀ ਬੈਠੇ ਨੇ, ਉਹ ਕੀ ਕਹਿੰਦੇ? ਉਹ ਮੀਡੀਆ ਦੇ ਵਿੱਚ ਵੀ ਆਂਦਾ ਹੈ, WhatsApp ਤੇ ਤੁਸੀਂ ਦੇਖ ਲਓ, ਦਾ ਰਿਕਾਰਡ ਕੱਢ ਕੇ ਦੇਖੋ। ਕਹਿੰਦਾ ਕਿਸੇ ਕੀ ਜ਼ਮੀਨ ਨਹੀਂ ਜਾਏਗੀ, ਕਾਨੂੰਨ ਅੱਛਾ ਹੈ, ਇਹ ਹੈ ਉਹ ਹੈ। ਹੁਣ ਉਹ ਤਾਂ ਪ੍ਰਸ਼ੰਸਾ ਕਰਦਾ, ਇੱਥੇ ਆਲੋਚਨਾ ਕਰਦੇ ਆ। ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਰਾਮ। ਇਹ ਗੱਲ ਇਹਨਾਂ ਦੀ ਹੈ, ਬਗੈਰ ਪਿੰਦੇ ਦੇ ਲੋਟੇ ਹੈ ਜੋ ਵੀ ਹੈਗੇ। ਪਰ ਹੁਣ ਉਹਦਾ ਦੇਖ ਲਓ, ਹੁਣ ਕਾਂਗਰਸ ਦਾ ਦੇਖ ਲਓ। ਕਾਂਗਰਸ ਜਿਹੜਾ ਇਸ ਕਾਨੂੰਨ ਨੂੰ ਲੈ ਕੇ ਆਉਣਾ ਚਾਹੁੰਦੀ ਸੀ, ਔਰ ਆਪਾਂ ਰਾਜੀਵ ਗਾਂਧੀ ਵੀ ਬਿਆਨ ਸੁਣਿਆ, ਸੋਨੀਆ ਦੇ ਵੀ ਸੁਣਿਆ, ਇਹਨਾਂ ਦਾ ਸਿੱਬਲ ਜਿਹੜਾ ਵਕੀਲ ਸੀ ਉਹਨੇ ਵੀ ਗੱਲ ਕਹੀ ਸੀ, ਕੈਪਟਨ ਨੇ ਵੀ ਗੱਲ ਕਹੀ। ਇਹ ਲਿਆਉਣਾ ਚਾਹੁੰਦੇ ਸੀਗੇ, ਪਰ ਲਿਆ ਨਹੀਂ ਸਕੇ। ਇਹਨਾਂ 'ਚ ਦਮ ਨਹੀਂ ਹੈ। ਇਹ ਵੋਟ ਦੀ ਰਾਜਨੀਤੀ ਕਰਦੇ ਹੈ, ਔਰ ਦੇਸ਼ ਦਾ ਭਲਾ ਇਹਨਾਂ ਨੂੰ ਹੀ ਪਤਾ ਹੈ ਵੀ ਇਹਦੇ ਵਿੱਚ ਹੈ। ਪਰ ਇਹ ਅੱਜ ਵੋਟ ਕਰਕੇ ਸਾਰੀ ਜਿਹੜੀ ਗੱਲ ਜਿਸ ਨੂੰ ਤੁਸੀਂ ਦਮ ਕਹਿੰਦੇ ਹੋ, ਕੀ ਤੁਸੀਂ ਦਮ ਇਸ ਚੀਜ਼ ਨੂੰ ਕਹਿ ਰਹੇ ਹੋ ਵੀ ਮੋਦੀ ਸਰਕਾਰ ਐਡੀ ਵੱਡੀ ਖਿਲਾਫਤ ਚੱਲ ਕੇ ਲੱਖਾਂ ਕਿਸਾਨ ਸੜਕਾਂ ਤੇ ਨੇ, ਕਈ ਨੌਜਵਾਨਾਂ ਦੀ ਮੌਤ ਹੋ ਗਈ, ਇਸ ਜਿਹੜੀ ਅੜ ਪਈ ਹੋਈ ਆ, ਭਾਵੇਂ ਕਿਸਾਨਾਂ ਵੱਲੋਂ ਪਈ ਹੋਵੇ ਭਾਵੇਂ ਸਰਕਾਰ ਵੱਲੋਂ ਪਈ ਹੋਵੇ, ਪਰ ਇਸ ਨੂੰ ਤੁਸੀਂ ਦਮ ਕਹਿੰਦੇ ਹੋ? ਦੇਖੋ ਮੌਤ ਹੋ ਗਈ, ਇਹ ਹਿਪਨੋਟਾਈਜ਼ਮੈਂਟ ਕਰਦੇ ਆ ਲੋਕਾਂ ਨੂੰ, ਇਹਦਾ ਨਜਾਇਜ਼ ਫਾਇਦਾ ਉਠਾਉਂਦੇ। ਮੌਤ ਗੋਲੀ ਨਾਲ ਹੋਈ ਹੈ, ਮੌਤ ਡਾਂਗ ਨਾਲ ਹੋਈ ਹੈ, ਮੌਤ ਕਾਹਦੇ ਨਾਲ ਹੋਈ ਹੈ? ਅੱਜ ਤਾਂ ਦੇਖੋ ਮੌਤ ਹੋਈ ਹੈ, ਦੁੱਖ ਹੈ, ਉਹ ਸਾਡੇ ਹੀ ਨੇ। ਪਰ ਉੱਥੇ ਦੱਸੋ ਮੋਦੀ ਸਾਹਿਬ ਦਾ ਕੀ ਕਸੂਰ ਹੈ? ਮੋਦੀ ਸਾਹਿਬ ਨੇ ਹੱਥ ਜੋੜ ਕੇ ਬੰਦ ਕੇ ਕਿਹਾ ਸੀ ਕਿ ਜਿਹੜੇ ਬਿਮਾਰ ਬਜ਼ੁਰਗ ਨੇ, ਜਿਹੜੇ ਮਾਤਾਵਾਂ ਬੱਚੇ, ਸਭ ਨੂੰ ਘਰੇ ਭੇਜ ਦਿਓ। ਹੁਣ ਤੁਸੀਂ ਆਪ ਨੌਜਵਾਨ ਬੈਠੋ ਇੱਥੇ, ਕੋਈ ਗੱਲ ਨਹੀਂ, ਬੈਠੋ, ਤੁਹਾਡਾ ਰਾਈਟ ਹੈ, ਬੈਠੋ, ਆਪ ਦੀ ਗੱਲ ਰੱਖੋ। ਸੁਪਰੀਮ ਕੋਰਟ ਨੇ ਹੱਥ ਜੋੜ ਕੇ ਅਪੀਲ ਕੀਤੀ ਸੀ ਵੀ ਇੱਥੇ ਬਿਮਾਰ ਔਰ ਬਜ਼ੁਰਗ ਜਿਹੜੇ ਹੈ, ਲੇਡੀਜ਼ ਨਹੀਂ ਰਹਿਣੀ ਚਾਹੀਦੀ ਹੈ। ਤਾਂ ਫਿਰ ਇਹ ਕੌਣ ਬਿਠਾਈ ਬੈਠਾ? ਇਹਨਾਂ ਦੀ ਜ਼ਿੰਮੇਵਾਰੀ ਜਿਹੜਾ 32 ਜਥੇਬੰਦੀਆਂ ਇਹਨਾਂ ਦੀ ਹੈ, ਸਾਰੀ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ, ਝੂਠ ਮਾਰ ਕੇ। ਜਦੋਂ ਟਕੈਤ ਸਾਹਿਬ ਨੂੰ ਕੋਈ ਪੁੱਛਦਾ ਹੈ ਮੀਡੀਆ, ਜੇ ਮੇਰੇ ਵਰਗਾ ਸਾਹਮਣੇ ਡਿਬੇਟ ਦਾ, ਮੈਂ ਕਿਸੇ ਸੇ ਬਾਤ ਨਹੀਂ ਕਰੂੰਗਾ, ਅਕੇਲੇ ਮੇਰੀ ਬਾਤ, ਉਹਨੂੰ ਜਵਾਬ ਹੀ ਨਹੀਂ ਹੈ। ਉਹ ਰੂਬੀਕਾ ਲਿਆਕਤ ਹੈ, ਉਹ ਅੱਜ ਚੱਲ ਰਿਹਾ ਉਹਦੇ ਵਿੱਚ। ਉਹਨੇ ਕਿਹਾ ਵੀ ਟਕੈਤ ਸਾਹਿਬ ਤੁਸੀਂ ਦੱਸੋ ਕਿਹੜੇ ਕਾਲਮ ਦੇ ਵਿੱਚ ਹੈ ਕਿ ਜਿਹੜੀ ਕਿਸਾਨ ਦੀ ਜ਼ਮੀਨ ਉੱਥੇ ਨਹੀਂ ਕਰਦਾ, ਘੁਮਾ ਕੇ ਕਿੱਥੇ ਹੋਰ ਲਈ ਫਿਰਦਾ ਗੱਲਾਂ ਨੂੰ। ਫਿਰ ਦੱਸਣ ਕਿਹੜੇ ਕਾਲਮ 'ਚ ਹੈ? ਤੁਸੀਂ ਕਹਿੰਦੇ ਅਸੀਂ ਵਾਰ-ਵਾਰ ਦੱਸ ਵੀ ਦਿੱਤਾ, ਇਹ ਕਹਿ ਵੀ ਦਿੰਦੇ ਆ ਵੀ MSP ਦੇ ਦੇਾਂਗੇ, ਪਰ ਲਿਖ ਨਹੀਂ ਰਹੇ, ਕਾਗਜ਼ ਤੇ ਲਿਖ ਨਹੀਂ ਰਹੇ। ਐਵੇਂ ਨਹੀਂ ਲਿਖੀ ਜਾਂਦੀ ਨਾ, ਮਤਲਬ ਹੈ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ। ਅੜੀ ਨਾਲ ਗੱਲ ਨਹੀਂ ਹੁੰਦੀ, ਬੈਠ ਕੇ ਗੱਲ ਹੁੰਦੀ ਹੈ। ਹੁਣ ਰਾਜੇਵਾਲ ਸਾਹਿਬ ਹੈ, ਗੰਨੇ ਦੀ ਗੱਲ ਕਰ ਲਓ। ਪੰਜਾਬ ਦੇ ਵਿੱਚ ਜਿਹੜੀ ਦਿੱਲੀ ਅੰਮ੍ਰਿਤਸਰ ਰੋਡ ਹੈ, 2 ਦਿਨ ਬੰਦ ਕੀਤੀ ਸੀ। ਕੈਪਟਨ ਦਾ ਬੰਦਾ ਰਾਜੇਵਾਲ ਹੈ, ਇਹ ਤਾਂ ਕੋਈ ਦੋ ਰਾਏ ਨਹੀਂ। ਲੋਕੀ ਅਸੀਂ ਪਹਿਲੇ ਵੀ ਕਹਿੰਦੇ ਸੀ ਤੇ ਹੁਣ ਬਿੱਲੀ ਥੇਲੇ ਤੋਂ ਬਾਹਰ ਹੈ। ਆ ਗਿਆ, ਕੀ ਮੰਗਦੇ ਸੀ? 470 ਲਿਆਂਗੇ, ਧਰਨਾ ਦੇ ਰੱਖਿਆ 470 ਦਾ। ਰਾਜੇਵਾਲ ਸਾਹਿਬ ਆਏ ਔਰ ਕੈਪਟਨ ਸਾਹਿਬ ਕੋਲ ਗਏ, 360 'ਚ ਸੌਦਾ ਕੀਤਾ ਔਰ ਮੂੰਹ 'ਚ ਲੱਡੂ ਪਾਇਆ। ਵਾਹ! ਔਰ ਕਿਸ ਪੈਟਰਨ ਤੇ ਇੱਥੇ ਪੰਜਾਬ ਦੇ ਕਿਸਾਨ ਕੀ ਮੰਗਦੇ ਸੀ? ਹਰਿਆਣਾ ਪੈਟਰਨ ਤੇ ਸਾਨੂੰ ਰੇਟ ਦਿਓ। ਹਰਿਆਣਾ ਨੇ ਤਾਂ ਦਿੱਤੇ ਹੈ। ਹਰਿਆਣਾ 'ਚ 358 2 ਰੁਪਏ ਵੱਧ ਹਰਿਆਣਾ ਨੇ ਦਿੱਤੇ। 2 ਰੁਪਏ ਕਦੋਂ ਮਿਲੇਗਾ? ਜਦੋਂ ਦੀ ਆਸ ਹੈ ਨਾ। ਤਾਂ ਕੈਪਟਨ ਸਾਹਿਬ ਦੇ ਤਾਂ ਬੱਚੇ ਦਿੱਤੇ ਬੜੇ ਦਿਨ ਹੋ ਗਏ, ਇੱਕ ਵੀ ਨਹੀਂ ਆਇਆ ਕੋਲ। ਤਾਂ ਝੂਠੇ ਲਾਰੇ ਤਾਂ ਕੈਪਟਨ ਸਾਹਿਬ ਨੇ ਬੜੇ ਮਾਰੇ, ਹੋਰ ਵੀ ਬੜੇ ਕੀਤੇ। ਆਇਆ ਦੇਖੋ, ਗੰਨੇ ਦੀ ਰੇਟ ਕਹਿਤਾ ਜੀ 300, ਕੈਪਟਨ ਭਾਵੇਂ 400 ਕਹਿ ਦਿੰਦਾ, 500 ਕਹਿ ਦੇਣਾ, ਕੌਣ ਰੋਕਦਾ ਉਹਨੂੰ? ਗਸਮਾ ਖਾ ਕੇ ਤਾਂ ਉਹਨੇ ਵੋਟਾਂ ਲੈ ਲਿਆ। ਤੇ ਉਹ 400 500 ਕੁਝ ਵੀ ਕਹਿ ਸਕਦਾ ਸੀ। ਦੇਖੋ ਗੰਨਾ ਜੀ ਅਸੀਂ ਬੀਜਿਆ ਨਹੀਂ ਹੈ, ਅਜੇ ਗੰਨਾ ਬੀਜਿਆ ਨਹੀਂ ਹੈ, ਸਾਲ ਨੂੰ ਗੰਨਾ ਆਏਗਾ। ਕੈਪਟਨ ਦੀ ਸਰਕਾਰ ਤਾਂ ਰਹਿਣੀ ਨਹੀਂ, ਤਾਂ ਇਹਦਾ ਵਾਹਵਾ ਲੁੱਟਣੀ। ਉਹ ਰਾਜੇਵਾਲ ਸਾਹਿਬ ਕਹਿੰਦਾ ਜੀ ਇਹਦਾ ਤਾਂ ਫਾਇਦਾ ਹੋਊਗਾ ਕਾਂਗਰਸ ਨੂੰ, ਤੇ ਉਹ ਗੱਲ ਹੈ। ਤੇ ਸਾਰੀ ਸਮਝ ਆ ਰਹੀ ਹੈ ਇਹਦੇ ਵਿੱਚ ਕਿ ਇਹ ਕਿਸਾਨ ਮੁੱਦਾ ਨਹੀਂ ਹੈ, ਇਹ ਮੁੱਦਾ ਕੋਈ ਹੋਰ ਹੈ, ਕਿਧਰ ਹੋਰ ਜਾ ਰਿਹਾ। ਰਾਜੇਵਾਲ ਤਾਂ ਇਹ ਵੀ ਕਹਿੰਦੇ ਨੇ ਵੀ ਰਹੀ ਗੱਲ ਲੱਡੂ ਦੀ, ਤਾਂ ਲੱਡੂ ਮੈਂ ਮੋਦੀ ਸਾਹਿਬ ਨੂੰ ਵੀ ਖਵਾ ਦਿਆਂਗਾ, ਕਾਨੂੰਨ ਤਾਂ ਵਾਪਸ ਲੈ ਲੈਣ। ਗੰਨਾ ਨਹੀਂ ਬੀਜਿਆ, ਹੋਰ ਫਸਲਾਂ ਤਾਂ ਬੀਜੀ ਬੈਠੇ ਆ, ਉਹਨਾਂ ਦੇ ਰੇਟ ਦੇ ਦਿਓ। ਤੇ ਰਾਜੇਵਾਲ ਨੂੰ ਕਹੋ ਜਿਵੇਂ ਕੈਪਟਨ ਕੋਲ ਗਿਆ ਸੀ, ਤੇ ਮੋਦੀ ਕੋਲ ਚਲਾ ਜਾਵੇ।
ਉੱਥੇ ਤਾਂ ਮੋਦੀ ਬੁਲਾ ਬੁਲਾ ਕੇ ਥੱਕ ਮੋਦੀ ਆਉਣ ਹੀ ਨਹੀਂ ਦਿੰਦੇ। ਦਿੱਲੀ ਆ ਸਭ ਤੋਂ ਮਾੜੀ ਗੱਲ ਹੈ। ਰਾਜਨਾਥ ਨੇ, ਅਸੀਂ ਖੁਦ ਗੱਲ ਕਰਾਈ ਹੈ, ਰਾਜਨਾਥ ਜੀ ਨੇ ਗੱਲ ਕੀਤੀ। ਰਾਜਨਾਥ ਜੀ ਸੀਐਮ ਮਤਲਬ ਹੈ ਪੀਐਮ ਜਿੰਨੀ ਪਾਵਰ ਉਹਦੇ ਕੋਲ ਘੱਟ ਤਾਂ ਨਹੀਂ ਹੈ। ਰਾਜਨਾਥ जी ਨਾਲ ਗੱਲ कराई ਅਸੀਂ राजेवाल ਦੀ, और राजनाथ ने कहा राजेवाल साहब आप मेरे पास आ जाइए, आओ हम विचार कर लेते हैं और हम किसान के हित में, और जो कहोगे हम किसान हित की बात कर देंगे। तो मैं जी कल्ला नहीं आ सकता। तो बोले आप कितने लोग आना चाहते हो? आप 400 आओ, 300 आओ, मुझे बताओ, अपने घर में बैठेंगे, खाने का बंदोबस्त करेंगे, और जो आप हो सकता है कि हमें इतनी समझ ना हो, हम आपसे समझेंगे, आप हमारे से समझना, और जिस अफसर की लोड हुई, तोमर साहब की भी हुई, सेक्रेटरी को यहाँ बुला लेंगे और यहाँ पर खरड़ा तैयार करके और अपने मोदी साहब से मैं करवा के दूंगा। फिर क्यों नहीं गए? फिर कहते राजेवाल कहता सद्दा पत्र भेजो। तो कहता सद्दा पत्र तो मैं डिफेंस मिनिस्टर भेज नहीं सकता, तोमर ही भेजूगा। तो तोमर ने जो सद्दा पत्र भेजा ਉਹਦੇ ਵਿੱਚ ਵੀ ਨਖਰੇ, ਕਿੰਨੇ ਕੁ ਨਖਰੇ ਤੁਸੀਂ ਪੁੱਛੋ ਨਾ। ਨਖਰੇ ਉਹਦੇ ਵਿੱਚ ਵੀ, ਆਹ ਵਰਡਿੰਗ ਨਹੀਂ ਹੈ, ਆਹ ਵਰਡਿੰਗ ਨਹੀਂ ਹੈ। ਕਿਸਾਨ ਜਥੇਬੰਦੀ ਮੁਕਾਣੀ ਕਿੱਥੇ ਜਾਂਦੀ ਹੈ? ਇਹ ਨਖਰੇ ਕਰ ਰਹੇ ਨੇ। ਉਦੋਂ ਜਿਸ ਤਰ੍ਹਾਂ ਇਹਨਾਂ ਕਿਹਾ ਉਸ ਤਰ੍ਹਾਂ ਅਸੀਂ ਚਿੱਠੀ ਕਢਵਾਈ, ਨਖਰਾ ਚਾਲੇ ਰਹਿ ਜਾਂਦੀ, ਚਿੱਠੀ ਕਢਾਈ। ਉਹਦੇ ਬਾਅਦ ਮੀਟਿੰਗਾਂ ਬੰਦ ਹੋ ਗਈ। ਅਸੀਂ ਮੈਂ ਖੁਦ ਮੱਥਾ ਮਾਰ ਕੇ ਇਹਨਾਂ ਦੀ ਮੀਟਿੰਗ ਕਰਵਾਈ ਆਪਣੇ ਅਮਿਤ ਸ਼ਾਹ ਜੀ ਦੇ, ਔਰ ਅਮਿਤ ਸ਼ਾਹ ਜੀ ਨੇ ਆਪ ਦੀ ਮੀਟਿੰਗ ਰੱਖ ਲਈ ਘਰੇ। ਬੋਲੇ ਵੀ ਠੀਕ ਹੈ, ਘਰੇ ਜਥੇਬੰਦੀ ਆ ਜਾਣ, ਬੈਠਾਂਗੇ। ਔਰ ਐਨ ਮੌਕੇ ਤੇ ਆ ਕੇ ਅਮਿਤ ਸ਼ਾਹ ਜੀ ਉੱਥੇ ਬੈਠੇ, ਡੀਕਣ ਅਫਸਰ ਉੱਥੇ ਬੈਠੇ ਕਿ ਅਸੀਂ ਤਾਂ ਅਮਿਤ ਸ਼ਾਹ ਜੀ ਘਰ ਨਹੀਂ ਜਾਵਾਂਗੇ। ਉਹ ਤੁਹਾਨੂੰ ਘਰੇ, ਉਹ ਅਮਿਤ ਸ਼ਾਹ ਦਾ ਘਰ ਨਹੀਂ ਹੈ, ਉਹ ਦੇਸ਼ ਦੇ ਹੋਮ ਮਿਨਿਸਟਰ ਦਾ ਘਰ ਹੈ, ਉੱਥੇ ਨਹੀਂ ਜਾਵਾਂਗੇ। ਉੱਥੇ ਉਹਨਾਂ ਨੂੰ ਪੁੱਛੋ। ਫਿਰ ਐਨ ਤੁਰੰਤ ਖੜੇ ਪੈਰ ਮੀਟਿੰਗ ਜਿਹੜੀ ਹੈ ਬਾਹਰ ਰੱਖੀ ਗਈ ਕਿਸੇ ਜਗ੍ਹਾ, ਤੇ ਉੱਥੇ ਇਹਨਾਂ ਨੂੰ ਬੁਲਾਇਆ ਗਿਆ। ਉੱਥੇ ਵੀ ਜਿਹੜਾ ਹੈ ਖੁੰਡੇ ਵਾਲਾ ਬਾਬੂ ਜਿਹੜਾ ਰੁਲਦਾ ਸਿੰਘ ਜਿਹੜਾ ਹੈ, ਰੁਲਦੂ ਸਿੰਘ ਹੈ, ਉਹਨੂੰ ਅੰਦਰ ਕੋਈ ਪੁਲਿਸ ਨਾਲ ਰੋਕਤਾ ਸਿਕਿਉਰਟੀ ਦੇ ਹਿਸਾਬ ਨਾਲ। ਉਹ ਉੱਥੋਂ ਭੱਜ ਆਇਆ ਔਰ ਗਾਲਾਂ ਕੱਢਦਾ ਆਇਆ। ਉਹ ਉੱਥੇ ਜਥੇਬੰਦੀਆਂ ਨੇ ਕਿਹਾ ਵੀ ਸਾਡਾ ਤਾਂ ਰੁਲਦੂ ਸਿੰਘ ਨਹੀਂ ਆਇਆ, ਤੇ ਉਹ ਨਹੀਂ ਆਇਆ। ਤੇ ਉਹ ਫਿਰ ਪੁਲਿਸ, ਦਿੱਲੀ ਪੁਲਿਸ ਗਈ, ਉਹ ਬੈਠਾ ਪੰਜਾਬ ਭਵਨ 'ਚ, ਉੱਥੇ ਦਿੱਲੀ ਪੁਲਿਸ ਨੂੰ ਗਾਲਾਂ ਕੱਢੀ ਜਾਵੇ, ਮੁਝੇ ਇਹ ਰੋਕ ਦਿਆ। ਦੇਖੋ ਉਹਦੇ ਵਿੱਚ ਕੀ ਹੈ, ਸਿਕਿਉਰਟੀ ਹੁੰਦੀ ਹੈ, ਕੋਈ ਇੰਨਾ ਹੀ ਸਬਰ ਨਹੀਂ ਹੈ। ਇੰਨਾ ਤੁਸੀਂ ਉੱਥੇ ਕੋਈ ਬਰਾਤ 'ਚ ਗਏ ਹੋ, ਘੱਟੋ ਘੱਟ ਗੱਲ ਤਾਂ ਸੁਣੋ। ਅੱਛਾ, ਉਹ ਕਹਿੰਦੇ ਨੇ ਤਾਕਤ ਦੇ ਕੇ ਨਹੀਂ ਘੱਲਦੇ। ਜਿਹੜਾ ਵੀ ਨੁਮਾਇੰਦਾ ਆਉਂਦਾ, ਭਾਵੇਂ ਕ੍ਰਿਸ਼ੀ ਮੰਤਰੀ ਆ ਜਾਏ, ਭਾਵੇਂ ਕੋਈ ਆ ਜਾਏ, ਉਹਦੇ ਹੱਥੇ ਤਾਕਤ ਨਹੀਂ ਹੁੰਦੀ ਵੀ ਉਹ ਕੁਝ ਕਰਕੇ ਜਾਵੇ। ਉਹ ਸਿਰਫ ਸੁਣਨ ਆਉਂਦੇ ਨੇ, ਸੁਣ ਕੇ ਚਲੇ ਜਾਂਦੇ ਨੇ, ਫਿਰ ਅਗਲੀ ਤਰੀਕ ਆ। ਹੁਣ ਤਾਂ ਤਰੀਕਾਂ ਵੀ ਦੇਣੀਆਂ ਬੰਦ ਕਰਤੀਆਂ, ਇਦਾਂ ਕਹਿੰਦੇ ਨੇ ਜਥੇਬੰਦੀਆਂ। ਮੈਂ ਤੇਰੇ ਨਹੀਂ ਬਸਦੀ। ਕਿਸੇ ਨੇ ਪੁੱਛਿਆ ਕਿਉਂ ਨਹੀਂ ਬਸਦੀ? ਰੋਟੀ ਖਾਂਦੀ ਦਾੜੀ ਹਿਲਦੀ ਹੈ। ਇਹਦਾ ਕੀ ਨਿਵੇੜ ਹੈ ਮੈਨੂੰ ਦੱਸੋ। ਵੀ ਕਰਨਾ ਹੀ ਨਹੀਂ ਚਾਹੁੰਦੇ। ਜਿਹੜਾ ਕਰਨਾ ਨਹੀਂ ਚਾਹੁੰਦੇਗਾ ਉਹ ਬਹਾਨਾ ਮਾਰਦਾ, ਕੋਈ ਨਾ ਕੋਈ ਬਹਾਨਾ ਕਰਨਾ। ਲਮਕਾਉਣ ਕਿਉਂ ਲਮਕਾ ਰਹੇ? ਚੋਣਾਂ ਤਾਂ ਲੜ ਨਹੀਂ ਰਹੇ ਹੋ ਫਿਰ, ਜੇ ਤੁਸੀਂ ਕਹਿ ਰਹੇ ਹੋ ਸਿਆਸਤ ਵੱਲ ਇਸ਼ਾਰਾ ਕਰ ਰਹੇ ਹੋ ਤਾਂ। ਇਹ ਲੜਨਗੇ, ਉਹਨਾਂ ਦੇ ਅੰਦਰ ਲੱਡੂ ਫੁੱਟੀ ਜਾਂਦੇ ਨੇ। ਵਕਤ ਆਣ ਦਿਓ, ਜੇ ਅੱਜ ਹੀ ਉਹ ਚੀਜ਼ ਕਹਿ ਦੇਣ, ਅਸਲੀ ਚਿਹਰਾ ਉਹਨਾਂ ਅੱਜ ਹੀ ਬਾਹਰ ਕਰ ਦੇਣ, ਤਾਂ ਫਿਰ ਉਹਨਾਂ ਦਾ ਸਾਰਾ ਖਿਲਾਰਾ ਬਹਿ ਜਾਂਦਾ। ਪਰ ਗੱਲ ਕੀ ਹੈ, ਇਹਦੇ ਵਿੱਚ ਕੁਝ ਹੋਰ ਤਾਕਤਾਂ ਨੇ। ਇਹ ਕਿਸਾਨੀ ਮੁੱਦਾ ਨਹੀਂ ਹੈ। ਇਹ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ, ਜਿੱਥੋਂ ਕਾਰਖਾਨੇ ਫੈਕਟਰੀਆਂ ਚੱਕਣ ਦੀ ਗੱਲ ਆ ਰਹੀ ਹੈ, ਔਰ ਰਾਜੇਵਾਲ ਸਾਹਿਬ ਨੇ ਇੱਕ ਛੋਟੀ ਜੀ ਗੱਲ ਕਹੀ ਸੀ, ਮਾੜੀ ਜੀ, ਟੈਲੀਫੋਨ ਤੇ ਜਿਹੜੇ ਆਕਾ ਬੈਠੇ ਇਹਨਾਂ ਨੂੰ ਜਿਹੜੇ ਕੰਟਰੋਲ ਕਰ ਰਹੇ, ਇਹ 32 36 ਇਕੱਠੇ ਨਹੀਂ ਰਹਿ ਸਕਦੇ। ਇਹ ਕਿਸੇ ਡਰ ਦੇ ਨਾਲ ਇਕੱਠੇ ਬੈਠੇ ਨੇ, ਔਰ ਇਹਨਾਂ ਦੇ ਵਿੱਚ 2-3 ਬੰਦੇ ਨੇ, ਮਾੜੀ ਮੋਟੀ ਗੱਲ ਹੁੰਦੀ ਹੈ, ਫੱਟ ਮਾਰਦੇ, ਰਾਤ ਨੂੰ ਫੋਨ ਆਉਂਦਾ, ਓਏ ਕਿੱਧਰ ਚੱਲਿਆ, ਔਰ ਉਹ ਗਾਲਾਂ ਪੈਂਦੀਆਂ। ਇੱਕ ਤਾਂ ਲੀਕ ਹੀ ਹੋ ਗਈ ਸੀ ਮੇਰੇ ਕਹਿਣ ਦੀ ਰਾਜੇਵਾਲ ਨੂੰ, ਵੀ ਤੇਰੀਆਂ ਲੱਤਾਂ ਨਹੀਂ ਚੱਲਦੀਆਂ ਤੇ ਕਿਉਂ ਕੀਤਾ, ਤੇ ਉਹ ਕਿਉਂ ਕੀਤਾ, ਕਿੰਨੀ ਅਪਸ਼ਬਦ ਜੇ ਰਾਜੇਵਾਲ ਨੂੰ ਬੋਲੇ ਸੀ। ਇਸ ਤਰ੍ਹਾਂ ਦੀ ਰਾਤ ਨੂੰ ਕਈ ਫੋਨ ਆਉਂਦੇ ਇਹਨਾਂ ਕੋਲੇ। ਅੱਜ ਜਿਹੜਾ ਰੁਲਦੂ ਸਿੰਘ ਨੇ ਥੋੜੀ ਜਿਹੀ ਗੱਲ ਕਹਿਤੀ ਸੀ, ਮਾਫੀ ਮੰਗ ਕੇ ਖੇੜਾ ਛੁਡਾਇਆ ਇਹਨੇ, ਔਰ ਉਹਦੇ ਬਾਅਦ ਵੀ ਸਟੇਜ ਤੇ ਨਹੀਂ ਬੋਲਣ ਦਿੰਦੇ। ਜੇ ਥੋੜੀ ਜਿਹੀ ਗੱਲ ਹੀ ਇਹ ਦੇਖਦੇ ਨਾ ਵੀ ਇਹ ਫੈਸਲੇ ਵੱਲ ਇਹ ਜਾ ਨਹੀਂ ਸਕਦੇ, ਇਹਨਾਂ ਕੋਲ ਕੋਈ ਅਥਾਰਟੀ ਨਹੀਂ ਹੈ। ਇਹਨਾਂ ਦੇ ਆਕੇ ਜਿਹੜੇ ਕਿੱਥੇ ਹੋਰ ਬੈਠੇ ਨੇ। ਕਿਸਾਨੀ ਮੁੱਦਾ ਨਹੀਂ, ਮੁੱਦਾ ਕੋਈ ਹੋਰ ਹੈ। ਇੱਕ ਗੱਲ ਤੁਸੀਂ ਕੀਤੀ ਸੀ ਕਿ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ। ਇੱਕ ਬਿੱਲੀ ਸ਼ਾਇਦ ਹੋਰ ਹਾਲੇ ਤੱਕ ਥੈਲੇ ਦੇ ਵਿੱਚ ਹੈ, ਲੋਕਾਂ ਦਾ ਕਹਿਣਾ। ਸਵਾਲ ਇਹ ਹੈ ਵੀ ਕੁਝ ਚਿਰ ਪਹਿਲਾਂ ਡਾਕਟਰ ਦਲਜੀਤ ਚੀਮਾ ਜੀ ਅਕਾਲੀ ਦਲ ਦੇ ਜਿਹੜੇ ਬੁਲਾਰੇ ਨੇ, ਉਹਨਾਂ ਵੱਲੋਂ ਇਹ ਬਿਆਨ ਦਿੰਦੇ ਕਿਤੇ ਮੂੰਹ 'ਚੋਂ ਇਹ ਨਿਕਲ ਗਿਆ ਵੀ ਅਕਾਲੀ ਭਾਜਪਾ ਸਰਕਾਰ ਹੀ ਆਏਗੀ। ਕੀ ਮੁੜ ਤੋਂ ਚੋਣਾਂ ਹੋਣ ਤੋਂ ਬਾਅਦ ਫਿਰ ਜੱਫੀਆਂ ਪੈ ਸਕਦੀਆਂ ਨੇ? ਦੇਖੋ, ਇਹ ਕੋਈ ਗੱਲ ਨਹੀਂ ਹੈਗੀ ਹੈ ਜੀ। ਅਗਰ ਅਸੀਂ ਇਕੱਠੇ ਰਹੇ ਤਾਂ ਮੂੰਹ 'ਚੋਂ ਨਿਕਲ ਵੀ ਜਾਂਦੀ ਹੈ। ਪਰ ਇਹਨਾਂ ਨਾਲ ਤਾਂ ਸਾਰ ਤੋਂ ਮਾੜੀ ਹੋਈ ਸੁਖਬੀਰ, ਮੇਰੇ ਵੀਰ ਸੁਖਬੀਰ ਨਾਲ, ਠੀਕ ਹੈ ਨਾ। ਜ਼ਬਾਨ ਦੇ ਚੱਲੇ ਤੀਰ ਕਿੱਥੇ ਔਰ ਗਏ। ਔਰ ਇਹਨਾਂ ਨੇ ਕੀ ਸੀਗਾ, ਪਹਿਲੇ 3 ਮਹੀਨੇ ਤਾਂ ਪ੍ਰਸ਼ੰਸਾ ਕੀਤੀ ਕਾਨੂੰਨਾਂ ਦੀ ਪ੍ਰਸ਼ੰਸਾ ਕੀਤੀ। ਜਦੋਂ ਦਬਾਅ ਪਿਆ ਤਾਂ ਇਹ ਜਿਵੇਂ ਵੋਟਾਂ ਦਾ ਢੇਰ ਮਾਰਨ ਨੂੰ ਚੱਲੇ। ਇਹ ਸੁਖਬੀਰ ਨਾਲ ਤਾਂ ਹੋਈ ਕਿ ਸਭ ਤੋਂ ਡਰਦੀ ਕੱਟੇ ਚੱਡੀ, ਕੱਟੇ ਲਿਆ ਕੇ ਸਭ ਤੇ ਸੁੱਟੀ। ਇਹ ਹੋਈ ਉਹਨਾਂ ਨਾਲ। ਔਰ ਜਿਹੜੀ 100 ਦਿਨ ਦਾ ਲੈ ਕੇ ਆਸ਼ੀਰਵਾਦ ਚੱਲੇ ਸੀਗੇ, ਵਿੱਚ 7 ਦਿਨਾਂ ਵਿੱਚ ਹੀ ਦਮ ਟੁੱਟ ਗਿਆ। ਇਹ ਤਾਂ ਕਹਿੰਦੇ ਸੀ ਵੀ ਸਾਡੇ ਨਾਲ ਆ ਜਾਣਗੇ, ਸਾਨੂੰ ਵੋਟਾਂ ਇਹ ਕਿਸੇ ਨੂੰ ਨਹੀਂ ਪਾਉਂਦੇ। ਔਰ ਜਿਹੜੀ ਨੀਅਤ ਜਿਹੜੀ ਚੱਲ ਰਹੀ ਹੈ, ਸਾਜ਼ਿਸ਼ ਕੋਈ ਹੋਰ ਹੈ। ਇਹ ਥੋੜੇ ਦਿਨਾਂ ਦੀ ਗੱਲ ਹੈ, ਪਰਦਾ ਬਾਹਰ ਹੋ ਜਾਊਗਾ।
ਇਹ ਕੋਈ ਨਹੀਂ। ਅੱਛਾ ਜੀ ਅਸੀਂ ਕੋਈ ਕਹਿੰਦੇ ਆ ਤੁਸੀਂ ਅੱਜ ਹੀ ਕਰਦੇ ਹੋ, ਦੱਸ ਦਿਓ ਕੀ ਸਾਜ਼ਿਸ਼ ਚੱਲ ਰਹੀ ਹੈ। ਆਪਣੇ ਆਪ ਬਾਹਰ ਆਊਗਾ, ਦੱਸਣ ਦੀ ਲੋੜ ਨਹੀਂ ਹੁੰਦੀ। ਅਸੀਂ ਤਾਂ ਅਗਰ ਥੋੜੀ ਜਿਹੀ ਗੱਲ ਕਹਿੰਦੇ ਆ ਨਾ, ਇਹ ਕਹਿੰਦੇ ਹਰਜੀਤ ਗਰੇਵਾਲ ਕਿਸਾਨਾਂ ਨੂੰ ਮਾੜਾ ਬੋਲਦਾ, ਸੁਰਜੀਤ ਜੱਟ, ਔਰ ਅਸੀਂ ਮਾੜਾ ਕੀ ਬੋਲਦੇ ਆ? ਪਰਦਾ ਤੰਤਰ ਦੇ ਵਿੱਚ ਅਸੀਂ ਕਿਸੇ ਨੂੰ ਗਾਲ ਕੱਢ ਕੇ ਤਾਂ ਨਹੀਂ ਬੋਲਦੇ, ਅਸੀਂ ਜੋ ਹਕੀਕਤ ਹੈ ਉਹ ਹੀ ਦੱਸਦੇ ਆ ਨਾ ਜੀ, ਵੀ ਜਥੇਬੰਦੀਆਂ ਆਪਦੀ ਗੱਲ ਤੇ ਨਹੀਂ ਰਹਿੰਦੀਆਂ। ਕਈ ਸਾਰੇ ਸ਼ਬਦ ਤੁਸੀਂ ਵਰਤੇ ਹੋਏ ਆ, ਵੈਸੇ ਸੋਸ਼ਲ ਮੀਡੀਆ ਤੇ ਇੰਟਰਵਿਊਜ਼ ਪਏ ਆ ਤੁਸੀਂ, ਕਈ ਤਰੀਕੇ ਦੇ ਅਪਸ਼ਬਦ ਵੀ ਆਪਾਂ ਉਹਨਾਂ ਨੂੰ ਕਹਿ ਸਕਦੇ ਆ, ਚਾਹੇ ਉਹ ਕਿਸੇ ਵੀ ਖਿਆਲ ਦੇ ਨਾਲ ਬੋਲੇ ਗਏ ਹੋਣ, ਪਰ ਪਏ ਆ। ਇੱਕ ਵੀ ਨਹੀਂ, ਇੱਕ ਵੀ ਮੈਨੂੰ ਦੱਸ ਦਿਓ ਕਿ ਅਪਸ਼ਬਦ ਬੋਲਿਆ ਹੋਵੇ, ਇੱਕ ਵੀ ਨਹੀਂ, ਇੱਕ ਵੀ ਕਦੇ ਨਹੀਂ। ਕਿਸਾਨ ਨੂੰ ਅੰਨਦਾਤਾ ਹੀ ਕਿਹਾ, ਔਰ ਇਹ ਕਿਸਾਨੀ ਮੁੱਦਾ ਹੀ ਨਹੀਂ ਹੈ। ਅੱਜ ਜਿਹੜੀ ਉੱਥੇ ਰੈਲੀ ਹੋਈ ਹੈ, 300 ਜਥੇਬੰਦੀਆਂ ਗੱਲ ਕਰ ਰਹੀ ਹੈ, ਉਹ ਮੈਂ ਇਹਨਾਂ ਨੂੰ ਅਸੀਂ ਗੱਲ ਕਹੀ ਸੀ, ਮੈਂ ਕਿਸਾਨ ਆ, ਨਿਰੋਲ ਕਿਸਾਨ ਆ, ਤੇ ਮੈਂ ਰਾਜੇਵਾਲਾ ਡਾਕਟਰ ਦਰਸ਼ਨਪਾਲ ਉਹੀ ਕਿਹਾ ਸੀ ਕਿ ਆਪਣਾ ਮਸਲਾ ਐਸੇ ਹੱਲ ਨਾਲ ਨਹੀਂ ਹੋਣਾ, ਐਸੇ ਗੱਲ ਨਾਲ ਹੱਲ ਨਹੀਂ ਹੈ। ਸਾਨੂੰ ਕ੍ਰਿਸ਼ੀ ਨੀਤੀ ਬਣਾਉਣੀ ਪੈਣੀ ਹੈ, ਕ੍ਰਿਸ਼ੀ ਆਯੋਗ ਬਣਾਉਣਾ ਪੈਣਾ ਹੈ। ਤੁਸੀਂ ਡਿਮਾਂਡ ਕਰੋ, ਕਾਨੂੰਨ ਦੀ ਗੱਲ ਨਾ ਕਰੋ। ਤੁਸੀਂ ਸਰਕਾਰ ਨੂੰ ਕਹੋ ਜੀ, ਦੇਖੋ ਜੀ ਕਿ ਸਵਾਰਾਂ ਦੀ ਕ੍ਰਿਸ਼ੀ ਨੀਤੀਆਂ ਬਣੀ ਹੋਈ ਹੈ, ਹਰੇਕ ਚੀਜ਼ ਦੀ, ਹਰੇਕ ਵਪਾਰ ਦੀ ਵੀ ਹੋਰ ਦੀ ਨੀਤੀ ਬਣੀ ਹੋਈ ਹੈ, ਕ੍ਰਿਸ਼ੀ ਨੀਤੀ ਨਹੀਂ ਹੈ। ਹਰੇਕ ਚੀਜ਼ ਦਾ ਆਯੋਗ ਹਰੇਕ ਚੀਜ਼ ਦਾ ਹੀ ਹੈ, ਇਹ ਕਿਸਾਨੀ ਯੋਗ ਨਹੀਂ ਹੈ। ਤਾਂ ਖੇਤੀਬਾੜੀ ਦਾ ਮਤਲਬ ਪਾਲਿਸੀ ਜਿਹੜੀ ਹੈ ਉਹ ਬਣੇ, ਔਰ ਇੱਕ ਕ੍ਰਿਸ਼ੀ ਆਯੋਗ ਬਣੇ ਜਿਹੜਾ ਸਾਰਾ ਫੈਸਲਾ। ਦੇਖੋ 28 ਸੂਬੇ ਨੇ, ਤਾਂ 28 ਸੂਬੇ ਦੇ ਇੱਕ ਵਰਗੀ ਫਸਲ ਕਿੱਥੇ ਨਹੀਂ ਹੈ। ਹਿਮਾਚਲ ਦਾ ਕਿਸਾਨ ਹੋਰ ਤਰ੍ਹਾਂ ਹੈ, ਔਰ ਖੇਤੀ ਹੋਰ ਤਰ੍ਹਾਂ ਹੈ। ਪੰਜਾਬ ਦੀ ਹੋਰ ਹੈ, ਰਾਜਸਥਾਨ ਦੀ ਹੋਰ ਹੈ, ਹਿਮਾਚਲ ਦੀ ਹੋਰ ਹੈ, ਗੁਜਰਾਤ ਦੀ ਹੋਰ ਹੈ, ਕੇਰਲਾ ਦੀ ਹੋਰ ਹੈ, ਸਭ ਅਲੱਗ ਅਲੱਗ ਹੈ। 28 ਸੂਬਿਆਂ ਦੀ ਅਲੱਗ ਅਲੱਗ ਸਿਸਟਮ ਹੈ। ਤਾਂ ਇਸ ਕਰਕੇ ਤੁਸੀਂ ਕ੍ਰਿਸ਼ੀ ਨੀਤੀ ਬਣਾਓ, ਕ੍ਰਿਸ਼ੀ ਆਯੋਗ ਬਣਾਓ। ਕ੍ਰਿਸ਼ੀ ਜਦੋਂ ਆਯੋਗ ਬਣੇਗਾ ਉਹਦੇ ਵਿੱਚ ਕੀ ਹੈ ਕਿ ਸਾਡੀ ਪਲਾਨਿੰਗ, ਅੱਜ ਕ੍ਰਿਸ਼ੀ ਨੀਤੀ ਨਹੀਂ ਹੈ ਤਾਂ ਕੋਈ ਪਲਾਨਿੰਗ ਨਹੀਂ ਹੈ। ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ, ਉਹ ਕਹਿੰਦੇ ਵੀ ਇਹ ਤਾਂ ਬਹੁਤ ਲੰਬੀਆਂ ਗੱਲਾਂ ਨੇ, ਆਯੋਗ ਬਣਾਓ। ਉਹਨਾਂ ਨੇ ਕਿਹਾ ਵੀ 20 ਦਿਨਾਂ ਦੇ ਵਿੱਚ ਇਹਦਾ ਹੱਲ ਕਰੇ। ਸੈਂਟਰ ਨੇ ਹੱਲ ਕਿਉਂ ਨਹੀਂ ਕੀਤਾ ਅਜੇ ਤੱਕ? ਟਿੱਪਣੀ ਸਰਕਾਰ ਨੂੰ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਵੀ ਕਮੇਟੀ ਬਣਾਈ ਸੀ, ਤੇ ਉਹ ਕਮੇਟੀ ਅੱਜ ਤੱਕ ਬਣੀ ਹੋਈ ਹੈ। ਸੁਪਰੀਮ ਕੋਰਟ ਨੇ ਕਾਨੂੰਨਾਂ ਨੂੰ ਹੋਲਡ ਕੀਤਾ ਹੋਇਆ, ਉਹ ਅੱਜ ਤੱਕ ਕਾਨੂੰਨ ਹੈ ਹੀ ਨਹੀਂ। ਤਾਂ ਫੇਰ ਹੀ ਗੁੱਥਮ ਗੁੱਥਾ ਬਗੈਰ ਮਤਲਬ ਦਾ ਜਦੋਂ ਕਾਨੂੰਨ ਹੋਲਡ ਹੈ। ਇਹ ਮਤਲਬ ਇਹ ਜਿਹੜਾ ਸੰਘਰਸ਼ ਹੈ ਨਾ, ਇਹ ਜੇ ਤੇ ਹੋਇਆ, ਇਹ ਬੰਦ ਹੋ ਜੂਗਾ, ਬੰਦ ਹੋ ਜੂਗੀ, ਇਹਨਾਂ ਨੂੰ ਸਮਝ ਨਹੀਂ ਹੈ ਕਿਸੇ ਨੂੰ। ਔਰ ਦੱਸਾਂ, ਤੁਸੀਂ ਕਹਿੰਦੇ ਸਾਨੂੰ ਕਹਿੰਦੇ ਆ ਵੀ ਇਹਨਾਂ ਨੂੰ ਕੋਈ ਸਮਝ ਨਹੀਂ। ਇਹਨਾਂ ਨੂੰ ਕੀ ਸਮਝ ਹੈ? ਇਹ ਕਹਿੰਦੇ ਜੀ ਮੰਡੀ, ਪ੍ਰਾਈਵੇਟ ਮੰਡੀ ਬਾਹਰ ਬਣ ਜੂਗੀ। ਔਰ ਅੱਜ ਬਾਹਰ ਕਿਹੜੀ ਮੰਡੀ ਬਣ ਜੂਗੀ? ਬਾਹਰ ਮੰਡੀ ਕਿਸਾਨ ਆਪਣੇ ਖੇਤ ਵਿੱਚ ਵੇਚੇਗਾ, ਉਹਨੂੰ ਬਾਹਰ ਮੰਡੀ ਕਹਿੰਦੇ। ਉਹਦੇ 'ਚ ਟੈਕਸ ਜਿਹੜਾ ਹੈ ਮੋਦੀ ਸਾਹਿਬ ਨੇ ਕਿ ਨਹੀਂ ਲੱਗੇਗਾ। ਇਹ ਕਹਿੰਦੇ ਟੈਕਸ ਲਾਓ, ਔਰ ਅੱਜ ਤੱਕ ਕਿਸੇ ਨੇ ਡਿਮਾਂਡ ਕੀਤੀ ਹੈ ਕਿ ਟੈਕਸ ਲਾਓ। ਇਹ ਕਹਿੰਦੇ ਸੜਕਾਂ ਨਹੀਂ ਬਣਨਗੀਆਂ। ਉਹ ਯਾਰ ਸੜਕਾਂ ਨਹੀਂ ਬਣਨਗੀਆਂ, ਸੜਕਾਂ ਤਾਂ ਅੱਜ ਕੋਈ ਮਾਰਕੀਟ ਕਮੇਟੀ ਬਣਾ ਰਹੀ ਹੈ। ਸੜਕਾਂ ਤਾਂ ਅਟਲ ਬਿਹਾਰੀ ਵਾਜਪੇਈ ਸੜਕ ਯੋਜਨਾ ਦੇ ਹਿਸਾਬ ਨਾਲ। ਉਹ ਕਹਿੰਦੇ ਨੇ ਵੀ ਅੱਜ ਵਿਚੋਲੀਆ ਹਟਾਉਣ ਦੀ ਗੱਲ ਕੀਤੀ ਜਾ ਰਹੀ, ਜਿਹਨੂੰ ਆਪਾਂ ਆੜਤੀਆ ਕਹਿੰਦੇ ਆ। ਜੇ ਉਹ ਵਿਚੋਲੀਆ ਹਟ ਜਾਂਦਾ, ਬਾਹਰ ਵੀ ਤਾਂ ਪ੍ਰਾਈਵੇਟ ਖਰੀਦਦਾਰ ਆਉਣਗੇ, ਉਹ ਵਿਚੋਲੀਆ ਹੀ ਹੋਣਗੇ। ਇਹ ਆੜਤੀਆਂ ਨੂੰ ਵਿਚੋਲੀਆ ਨਹੀਂ ਕਿਹਾ, ਔਰ ਨਾ ਹੀ ਆੜਤੀਆ ਵਿਚੋਲੀਆ ਹੈ। ਉਹ ਕਮਿਸ਼ਨ ਏਜੰਟ ਹੈ, ਉਹ ਫੀਸ ਭਰਦਾ, ਉਹਨੂੰ ਲਾਇਸੈਂਸ ਮਿਲਦਾ ਹੈ। ਵਿਚੋਲੀਆ ਉਹ ਹੈ ਜਿਹਨੂੰ ਦਾਗੜੀਆ ਕਹਿੰਦੇ ਸੀ। ਦਾਗੜੀਆ ਜਿਹੜੇ ਪਿੰਡਾਂ 'ਚ ਬੈਠੇ, ਬਿਹਾਰ ਯੂਪੀ 'ਚ ਬੈਠੇ ਨੇ, ਉਹ ਜਿਹੜੇ ਕਿਸਾਨ ਭੋਲੇ ਵਾਲੇ ਕਿਸਾਨ ਤੋਂ ਸਸਤੀ ਫਸਲ ਲੈ ਕੇ ਅੱਗੇ ਜਾ ਕੇ ਵੇਚਦੇ ਨੇ, ਉਹਨਾਂ ਨੂੰ ਵਿਚੋਲੀਆ ਕਿਹਾ ਹੈ। ਅੱਛਾ, ਇਹ ਕਿਸਾਨ ਜਥੇਬੰਦੀਆਂ ਕੀ ਟਾਰਗੇਟ ਹਰੇ ਕੋਈ ਗੱਲ ਹੋਵੇ ਨਾ ਉਧਰ ਲੈ ਕੇ ਜਾਂਦੇ ਆ, ਲੋਕਾਂ ਨੂੰ ਗੁੰਮਰਾਹ ਕਰਦੇ ਆ, ਲੋਕਾਂ ਦੀ ਸਹਾਨੂਭੂਤੀ ਲੈਣ ਵਾਸਤੇ ਇਹ ਝੂਠ ਮਾਰਦੇ ਸਾਰੇ ਦੇ ਸਾਰੇ। ਇੱਕ ਆਖਰੀ ਸਵਾਲ ਕਰਾਂਗਾ, ਬਹੁਤਾ ਸਮਾਂ ਨਾ ਲੈਂਦੇ ਹੋਏ। ਬਿਹਾਰ ਦੇ ਵਿੱਚ ਇਹ ਮਾਡਲ ਲਾਗੂ ਹੈ, ਹੋਰਾਂ ਵੀ ਕਈ ਰਾਜਾਂ ਦੇ ਵਿੱਚ ਲਾਗੂ ਹੈ, ਤੇ ਉੱਥੋਂ ਟਰੱਕਾਂ ਦੇ ਟਰੱਕ ਬਲੈਕ ਹੋ ਕੇ ਪੰਜਾਬ ਆਉਂਦੇ ਨੇ ਵੀ ਇੱਥੋਂ ਦੀ ਮੰਡੀਆਂ 'ਚ ਕਣਕ ਵੇਚੀ ਜਾਊਗੀ ਜਾਂ ਕੀ ਕੀਤਾ ਜਾਊਗਾ। ਤੇ ਇਹ ਕਿਉਂ, ਕਾਰਨ ਕੀ ਹੈ? ਦੇਖੋ ਗੱਲ ਸੁਣੋ, ਬਿਹਾਰ ਦੀ ਗੱਲ ਕਰਦੇ ਆ, ਮੈਨੂੰ ਇਹ ਪੁੱਛਣ ਵਾਲਾ ਹੋਵੇ, ਇਹ ਬਿਹਾਰ ਜਿਹੜੀ ਮੰਡੀਆਂ ਵਾਲੀ ਗੱਲ ਕਿਹਨੇ ਕੀਤੀ ਸੀ? ਨਿਤੀਸ਼ ਕੁਮਾਰ ਨੇ ਕੀਤੀ ਸੀ। ਔਰ ਚੌਥੀ ਵਾਰੀ ਨਿਤੀਸ਼ ਕੁਮਾਰ ਕੁਰਸੀ ਤੇ ਬੈਠਾ ਹੈ ਕਿ ਉੱਥੇ ਦੇ ਲੋਕ ਅਨਪੜ੍ਹ ਨੇ। IAS ਪੜ੍ਹੇ ਲਿਖੇ ਜ਼ਿਆਦਾ ਬਿਹਾਰ 'ਚ ਹੈ, ਉੱਥੋਂ ਦੇ IAS IPS ਬਿਹਾਰ ਦੇ ਹੈ। ਪਰ IAS ਦੀ ਰੋਟੀ ਚੱਲਦੀ, ਕਿਸਾਨ ਦੀ ਨਹੀਂ ਚੱਲਦੀ। ਫਿਰ ਪੰਜਾਬ ਵਾਲੇ ਸਿਆਣੇ ਅਸੀਂ, ਜੇ ਅਗਰ ਉਹ ਚੀਜ਼ ਮਾੜੀ ਹੁੰਦੀ ਤਾਂ ਮੁੱਖ ਮੰਤਰੀ ਕਿਉਂ ਬਣ ਦਿੰਦੇ? ਸ਼ਾਂਤਾ ਕੁਮਾਰ ਨੇ ਇੱਕ ਗੱਲ ਕਹੀ ਸੀ, ਇੱਕੋ ਹੀ ਗੱਲ ਕਹੀ ਸੀ ਹਿਮਾਚਲ 'ਚ ਕਿ ਕੰਮ ਨਹੀਂ ਤਾਂ ਵੇਤਨ ਨਹੀਂ। ਮੁੜ ਕੇ ਕਦੇ ਨਹੀਂ ਆਇਆ, ਲੋਕ ਇੰਨੇ ਜਾਗਰੂਕ ਸੀਗੇ। ਇੱਕੋ ਹੀ ਗੱਲ ਕਹੀ ਸੀ ਵੀ ਕੰਮ ਨਹੀਂ ਤਾਂ ਵੇਤਨ ਨਹੀਂ। ਗੱਲ ਤਾਂ ਠੀਕ ਸੀ, ਪਰ ਲੋਕਾਂ ਨੂੰ ਨਹੀਂ ਜੱਚੀ। ਜੇ ਅਗਰ ਇਹ ਜੀ ਗੱਲ ਸੀ ਤੇ ਬਿਹਾਰ 'ਚ ਮੁੱਖ ਮੰਤਰੀ ਇਹ ਕਦੇ ਨਹੀਂ ਆਂਦਾ। ਨਿਤੀਸ਼ ਕੁਮਾਰ ਇਹ ਬਿਹਾਰ ਦਾ ਠੇਕਾ ਲੈ ਰੱਖਿਆ। ਅੱਜ ਇਹ ਗੱਲ ਕਰਦੇ, ਅੱਜ ਦੇਸ਼ ਦਾ ਠੇਕਾ, ਦੇਸ਼ ਦਾ ਟੋਕਰਾ ਲੈ ਰੱਖਿਆ ਇਹਨਾਂ ਸਿਰ ਦੇ ਉੱਤੇ। ਰੇਲ ਗੱਡੀਆਂ ਠੇਕੇ ਦੇਤੀ, ਹਵਾਈ ਜਹਾਜ਼ ਉਹ ਰੇਲ ਗੱਡੀਆਂ ਨਹੀਂ ਠੇਕੇ, ਸਫਾਈ ਦਿੱਤੀ ਹੈ। ਅਗਰ ਰੇਲ ਗੱਡੀਆਂ ਤੇ ਕੀ ਹਾਲ ਹੁੰਦਾ ਸੀ, ਕਿੰਨਾ ਗੰਦ ਮਚਿਆ ਹੁੰਦਾ ਸੀ। ਅੱਜ ਸਟੇਸ਼ਨ ਜਿਹੜੇ ਆ ਪਲਪਲਾ ਰਹੇ ਨੇ। ਟਿਕਟਾਂ ਤਾਂ ਵੱਧ ਗਈਆਂ ਨਾ, ਆਮ ਲੋਕਾਂ ਦੀ ਪਕੜ 'ਚੋਂ ਸ਼ਾਇਦ ਬਾਹਰ ਹੋ ਗਈ ਹੋਵੇ। ਦੇਖੋ, ਇੱਕ ਕੋਈ ਬਾਹਰ ਨਹੀਂ ਹੋਈ, ਸਭ ਜਾਂਦੇ ਆ, ਇੰਜੋਏ ਕਰਦੇ। ਅੱਜ ਮੰਨਦੇ ਆ ਲੋਕ ਵੀ ਰੇਲਵੇ ਸਟੇਸ਼ਨਾਂ ਦੀ ਸੁਧਾਰ ਹੋਇਆ, ਏਅਰਪੋਰਟਾਂ ਦਾ ਸੁਧਾਰ ਹੋਇਆ, ਹਰੇਕ ਚੀਜ਼ ਦਾ ਸੁਧਾਰ ਹੋਇਆ। ਸਫਾਈ ਠੇਕੇ ਤੇ ਦਿੱਤੀ ਹੈ, ਨਾ ਕਿ ਰੇਲ ਗੱਡੀ। ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ। ਹਰੇਕ ਚੀਜ਼ ਨੂੰ ਮਤਲਬ ਇਸ ਤਰ੍ਹਾਂ ਦੀ ਕਰਕੇ। ਜੇ ਇੱਕ ਗੱਲ ਹੋ ਰਿਹਾ ਹੈ, ਜੇ ਅਗਰ ਕੋਈ ਠੇਕੇ ਦਿੱਤੀ ਹੈ ਤਾਂ ਕਿਸੇ ਨੇ ਬਾਹਰ ਨੂੰ ਦਿੱਤੀ ਹੈ।
ਆਪਦੇ ਬੰਦੇ ਹੀ ਕੰਮ ਕਰ ਰਹੇ ਨੇ ਉੱਥੇ। ਅਸੀਂ ਜ਼ਮੀਨ ਠੇਕੇ ਨਹੀਂ, ਜਿਸ ਜ਼ਮੀਂਦਾਰ ਤੋਂ ਜ਼ਮੀਨ ਕਈ ਵਾਰੀ ਨਹੀਂ ਉਹਦੇ ਸੂਤ ਆਂਦੀ, ਬਿਜ਼ਨਸ ਕੋਈ ਧੰਦਾ ਹੋਰ ਹੁੰਦਾ, ਉਹ ਜ਼ਮੀਨ ਠੇਕੇ ਦੇ ਦਿੰਦਾ ਤਾਂ ਫਿਰ ਕਹਿ ਦਈਏ ਵੀ ਅੰਦਰ ਠੇਕੇ ਦੇਤੀ, ਜ਼ਮੀਨ ਹੀ ਛੱਡਤੀ। ਇਹ ਗੱਲ ਨਹੀਂ ਹੈ, ਇਹ ਇਸ਼ੂ ਕਿਸਾਨੀ ਨਹੀਂ ਹੈ, ਇਹ ਮੁੱਦਾ ਕੋਈ ਹੋਰ ਹੈ। ਔਰ ਇਹਨਾਂ ਨੂੰ ਜਿਹੜਾ ਨਾ ਜੱਥੀਬੰਦੀਆਂ ਨੂੰ ਕੋਈ ਹੋਰ ਹੀ ਚਲਾ ਰਿਹਾ। ਇਹਨਾਂ ਦਾ ਆਕਾ ਕਿੱਥੇ ਹੋਰ ਬੈਠਾ ਹੈ। ਅਗਰ ਇਹ ਥੋੜੀ ਜਿਹੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ, ਰਾਤ ਨੂੰ ਫੋਨ ਚੁੱਪ ਇੱਧਰ ਹੋ ਜਾ। ਰਾਜੇਵਾਲ ਨੂੰ ਪਤਾ ਹੈ, ਇਹਨੂੰ ਪੁੱਛ ਲਓ ਕੀ ਨਾਂ ਸੀਗਾ ਉਹਦਾ, ਰੁਲਦੂ ਸਿੰਘ ਨੂੰ ਪੁੱਛ ਲਓ, ਬਾਕੀ ਹੋਰਾਂ ਨੂੰ ਪੁੱਛ ਲਓ। ਜਿਹੜਾ ਵੀ ਆਕਾ ਜਿਹੜਾ ਉੱਤੋਂ ਜਦੋਂ ਦਬਕੀ ਲੱਗੀ ਫਿਰ ਇਕੱਠੇ ਕਰ ਦਿੰਦੇ। ਆਪੇ ਇਕੱਠੇ ਨਹੀਂ, ਇਹਨਾਂ ਦੇ ਵਿਚਾਰ ਵੀ ਨਹੀਂ ਹੁੰਦੇ, ਪਰ ਇਹਨਾਂ ਦੇ ਉੱਤੇ ਕੋਈ ਆਕਾ ਇਹ ਜਿਹਾ ਬੈਠਾ ਹੈ ਕਿ ਜਿਨ੍ਹਾਂ ਨੂੰ ਇਕੱਠੀ ਕਰੀ ਬੈਠੇ। ਜਿਹੜਾ ਉਹ ਆਕਾ ਹੈ ਉਹ ਐਡੇ ਵੱਡੇ ਪੱਧਰ ਤੇ ਅੰਦੋਲਨ ਨੂੰ ਫਿਰ ਚਲਵਾ ਰਿਹਾ। ਜੇ ਆਪਾਂ ਇਸ ਸੋਚ ਨਾਲ ਚੱਲੀਏ ਤਾਂ ਬੰਗਾਲ ਦੇ ਵਿੱਚ ਕਿਤੇ ਨਾ ਕਿਤੇ ਪਿੱਠ ਲੱਗੀ ਭਾਜਪਾ ਦੀ। ਹੁਣ ਯੂਪੀ ਦੇ ਵਿੱਚ ਅੱਜ ਮਹਾ ਰੈਲੀ ਚੱਲ ਰਹੀ ਹੈ, ਮਹਾ ਪੰਚਾਇਤ ਚੱਲ ਰਹੀ ਹੈ। ਕੀ ਲੱਗਦਾ ਅਸਰ ਤਾਂ ਪੈ ਰਿਹਾ? ਤੁਹਾਡੀ ਸਮਝ ਨਹੀਂ ਆਉਂਦੀ, ਇਹ ਸਾਰਾ ਕੰਮ ਮੀਡੀਆ ਨੇ ਖਰਾਬ ਕੀਤਾ ਹੈ। ਕੀ ਬੰਗਾਲ ਤੇ ਦੱਸੋ ਮੈਨੂੰ, ਭਾਰਤੀ ਜਨਤਾ ਪਾਰਟੀ ਦਾ ਕੀ ਨੁਕਸਾਨ ਹੈ? ਦੱਸੋ। 3 ਤੋਂ 77 ਸੀਟਾਂ ਆਈਆਂ, 3 ਤੋਂ 77, 3 ਸੀਟਾਂ ਸੀ ਔਰ 77 ਆ ਗਈਆਂ। ਉੱਥੇ ਤੱਕ ਕਾਂਗਰਸ ਸਾਫ਼ ਹੋ ਗਈ, ਕਾਮਰੇਡ ਸਾਫ਼ ਹੋ ਗਏ, ਕਮਾਲ ਹੋ ਗਈ। ਦਾਅਵੇ ਤੇ ਫਿੱਕੀ ਪੈ ਗਈ ਨਾ। ਫਿਰ ਮੀਡੀਆ ਵੀ ਕੋਈ ਗੱਲ ਨਹੀਂ ਸਮਝਦਾ। ਮੀਡੀਆ ਦੇਖੋ, ਤੁਹਾਨੂੰ ਪਤਾ ਨਹੀਂ ਫਾਇਦਾ ਹੀ ਹੋਇਆ, ਲੋਸ ਤਾਂ ਨਹੀਂ ਹੋਇਆ ਨਾ ਉੱਤੇ। ਫਿਰ ਕਾਹਦਾ ਨੁਕਸਾਨ? ਸਾਨੂੰ ਕਾਹਦਾ ਨੁਕਸਾਨ ਹੈ? ਜਾਂ ਸਾਡੀ 2 ਆਂਦੀ ਜਾਂ ਕਾਂਗਰਸ ਵਾਂਗੂ 1 ਨਾ ਆਂਦੀ ਤਾਂ ਅਸੀਂ ਕਹਿੰਦੇ ਵਾਹ ਵੀ ਸਾਡਾ ਤਾਂ ਨੁਕਸਾਨ ਹੋ। ਇਹ ਤਾਂ ਤੁਸੀਂ ਹੁਣ ਮੁਕਾਬਲਾ ਥੱਲੇ ਵਾਲੇ ਨਾਲ ਕਰੋਗੇ, ਉੱਤੇ ਵਾਲੇ ਨਾਲ ਕਰੋਗੇ ਤਾਂ ਤੁਸੀਂ ਦੇਖਣਾ। ਨਹੀਂ, ਇਹ ਗੱਲ ਨਹੀਂ। ਜੇ 3 ਤੋਂ 77 ਹੋਈਆਂ ਤਾਂ ਤਰੱਕੀ ਹੈ ਕਿ ਨਹੀਂ? ਆਹ ਦੱਸ ਦਿਓ। ਜਿਹਨੂੰ 3 ਨੰਬਰ ਆਏ ਹੋਣੇ ਉਹ 77 ਨੰਬਰਾਂ 'ਚ ਪਾਸ ਹੋ ਜੇ, ਤੁਸੀਂ ਕਦੇ ਪੜ੍ਹਿਆ ਹੀ ਨਹੀਂ। ਇਹ ਗੱਲ ਥੋੜੀ ਹੁੰਦੀ ਹੈ। ਇੱਕ ਮਸਲਾ ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਤੇ ਜਿਹੜਾ ਵਾਇਰਲ ਹੋਇਆ, ਤਿਰੰਗੇ ਦੇ ਸਨਮਾਨ ਨੂੰ ਲੈ ਕੇ ਹਮੇਸ਼ਾ ਗੱਲ ਹੁੰਦੀ ਰਹਿੰਦੀ ਹੈ। 26 ਤਰੀਕ ਨੂੰ ਦੀਪ ਸਿੱਧੂ ਵੱਲੋਂ ਜੋ ਕੁਝ ਕੀਤਾ ਗਿਆ ਗਣਤੰਤਰ ਦਿਵਸ ਤੇ, ਉਸ ਦੇ ਉੱਤੇ ਆਲੋਚਨਾ ਹੋਈ ਵੀ ਇਹਨਾਂ ਨੇ ਰਾਸ਼ਟਰੀ ਝੰਡੇ ਤੋਂ ਉੱਤੇ ਝੰਡਾ ਲਾਇਆ। ਹਾਲਾਂਕਿ ਉਹ ਝੰਡੇ ਦੀ ਬਾਅਦ ਤਸਵੀਰਾਂ ਸਾਹਮਣੇ ਆਈਆਂ, ਰਾਸ਼ਟਰੀ ਝੰਡਾ ਉਸ ਤੋਂ ਉੱਤੇ ਸੀ। ਹਾਲ ਹੀ ਦੇ ਵਿੱਚ ਯੂਪੀ ਦੇ ਵਿੱਚ ਜਦੋਂ ਮੌਤ ਹੁੰਦੀ ਆ ਸਾਬਕਾ ਮੁੱਖ ਮੰਤਰੀ ਦੀ, ਉੱਥੇ ਸ਼ਹਾਦਤ ਦੇਣ ਪਹੁੰਚਦੇ ਨੇ, ਪ੍ਰਧਾਨ ਮੰਤਰੀ ਸਾਹਿਬ ਵੀ ਮੂਹਰੇ ਖੜੇ ਹੁੰਦੇ ਨੇ, ਯੋਗੀ ਆਦਿੱਤਿਆਨਾਥ ਵੀ ਸਾਹਮਣੇ ਹੀ ਹੁੰਦੇ ਨੇ। ਪਹਿਲਾਂ ਰਾਸ਼ਟਰੀ ਝੰਡਾ ਪਾਇਆ ਜਾਂਦਾ ਉਹਨਾਂ ਦੇ ਦੇਹ ਉੱਪਰ, ਫਿਰ ਉਸ ਤੋਂ ਬਾਅਦ ਉਸ ਦੇ ਉੱਤੇ ਰਾਸ਼ਟਰੀ ਝੰਡੇ ਦੇ ਉੱਤੇ ਭਾਜਪਾ ਦਾ ਝੰਡਾ ਪਾਇਆ ਜਾਂਦਾ। ਨਹੀਂ ਪਾਇਆ ਜਾਂਦਾ, ਤਸਵੀਰ ਪਈ ਹੈ ਸੋਸ਼ਲ ਮੀਡੀਆ ਤੇ, ਪੈਰਾਂ 'ਤੇ ਰੱਖਿਆ, ਉਹਦੇ ਥੱਲੇ ਰਾਸ਼ਟਰੀ ਝੰਡਾ ਹੈ ਨਾ, ਪੈਰਾਂ ਤੇ ਰੱਖਿਆ, ਸਿਰ ਤੇ ਰੱਖਿਆ। ਝੰਡੇ ਨਾਲ ਤਾਂ ਢੱਕਿਆ ਹੋਇਆ, ਪੈਰਾਂ 'ਤੇ ਰੱਖਿਆ ਹੋਇਆ, ਅਸੀਂ ਆਪ ਦੇਖਿਆ। ਰਾਸ਼ਟਰੀ ਝੰਡੇ ਦੇ ਉੱਪਰ ਭਾਜਪਾ ਦਾ ਝੰਡਾ ਹੈ। ਉਹ ਤਾਂ ਤਸਵੀਰ ਆਪਾਂ ਹੁਣੇ ਕੈਮਰੇ ਤੇ ਚੱਲ ਸਕਦੀ ਹੈ। ਸੁਣੋ, ਰਾਸ਼ਟਰੀ ਝੰਡਾ ਤਾਂ ਉਹਨਾਂ 'ਤੇ ਲੱਗਿਆ ਕਿ ਉਹ ਗਵਰਨਰ ਰਿਹਾ, ਮੁੱਖ ਮੰਤਰੀ ਵੀ ਰਿਹਾ, ਔਰ ਬੀਜੇਪੀ ਦਾ ਝੰਡਾ ਇਸ ਕਰਕੇ ਪੈਰਾਂ 'ਚ ਰੱਖਿਆ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਹੈ। ਤੇ ਕੋਈ ਐਡੀ ਭਾਜਪਾ ਥੱਲੇ ਰਹਿੰਦਾ, ਉੱਤੇ ਰਾਸ਼ਟਰੀ ਝੰਡਾ ਆ ਜਾਂਦਾ। ਹੋਰ ਕੋਈ ਗੱਲ ਨਹੀਂ ਮਿਲਦੀ, ਹੋਰ ਕੋਈ ਗੱਲ ਮਿਲਦੀ ਹੈ? ਤੇ 26 ਤਰੀਕ ਨੂੰ ਜਦੋਂ ਹੋਇਆ ਸੀ ਉਦੋਂ ਵੀ ਮੀਡੀਆ ਨੂੰ ਕੋਈ ਹੋਰ ਗੱਲ ਨਹੀਂ ਮਿਲ ਰਹੀ ਸੀ। 26 ਤਰੀਕ ਨੂੰ ਕੀ ਹੋਇਆ? 26 ਤਰੀਕ ਨੂੰ ਪਹਿਲੀ ਗੱਲ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸਾਰਿਆਂ ਨੂੰ ਕਿ ਲਾਲ ਕਿਲੇ ਤੇ ਕੀ ਟਿੰਡੇ ਲੈਣ ਗਏ ਸੀ। ਲਾਲ ਕਿਲੇ ਨਾਲ ਕੀ ਮਤਲਬ? ਕਹਿੰਦੇ ਸਾਨੂੰ ਤੋਰਿਆ ਗਿਆ ਰਾਹ, ਸਾਨੂੰ ਤਾਂ ਪਤਾ ਵੀ ਨਹੀਂ ਸੀ। ਇੱਧਰ ਨੂੰ ਪੁਲਿਸ ਵਾਲੇ ਕਹਿੰਦੇ ਇੱਧਰ ਨੂੰ ਜਾਓ, ਇੱਧਰ ਨੂੰ ਜਾਓ। ਨਾਚ ਨਾ ਜਾਣੇ ਆਂਗਣ ਟੇਡਾ। ਔਰ ਜਥੇਬੰਦੀਆਂ ਨਾਲ ਮੀਟਿੰਗ ਹੋਈ, 5 ਮੀਟਿੰਗਾਂ, ਉਹਦੇ ਕਮਿਸ਼ਨਰ ਨਾਲ, ਦਿੱਲੀ ਦੇ ਕਮਿਸ਼ਨਰ ਨਾਲ, ਰੂਟ ਤੈਅ ਹੋਇਆ। ਰੂਟ ਤੇ ਸਾਰਾ ਕੁਝ ਮਤਲਬ ਜਿਹੜੇ ਫੁੱਲ ਸਿੱਟਣ ਵਾਲੇ ਸੀਗੇ ਸਾਰੇ ਸੀਗੇ। ਲਾਲ ਕਿਲੇ ਵੱਲ ਕੌਣ ਫੁੱਲ ਸਿੱਟਣ ਵਾਲਾ ਸੀ? ਕੌਣ ਟੋਰਿਆ ਇਹਨਾਂ ਨੂੰ? ਇਹਨਾਂ ਦੇ ਪਹਿਲੇ ਟਕੈਤ ਸਾਹਿਬ ਸੀਗੇ, ਉਹ ਤਾਂ ਪਹਿਲੇ ਅਨਾਉਂਸਮੈਂਟ ਕਰਦੇ ਸੀ, ਬੱਕਲ ਉਤਾਰ ਦੇंगे, ਲਾਲ ਕਿਲੇ ਸੇ ਚੱਲेंगे, ਇਧਰ ਸੇ ਹੋਗਾ। ਯਾਰ ਕਮਾਲ ਹੋ ਗਈ। ਕੋਈ ਮੀਡੀਆ ਦੀ ਗੱਲ ਹੈ, ਪਰ ਉਹਨਾਂ ਦੀ ਕੋਈ ਸਟੈਂਡ ਨਹੀਂ ਹੈ, ਕਿਸੇ ਤਰ੍ਹਾਂ ਦਾ ਵੀ ਨਹੀਂ ਹੈ। ਔਰ ਕਿਸਾਨੀ ਮੁੱਦਾ ਉਹ ਸੁਲਝਾਉਣਾ ਵੀ ਨਹੀਂ ਚਾਹੁੰਦੇ। ਇਹ ਸਮਝ ਆ ਗਈ, ਲੋਕਾਂ ਨੂੰ ਆ ਗਈ ਇਹ ਮੁੱਦਾ ਕੋਈ ਹੋਰ ਹੀ ਹੈ ਜਿੱਧਰ ਜਾ ਰਿਹਾ ਹੈ। ਕੁਛ ਗੱਲ ਹੈ ਦੇਖਣੀ। ਆਖਰੀ ਸਵਾਲ ਹੈ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਲੋਕਾਂ ਤੱਕ ਭਾਜਪਾ ਪਾਰਟੀ ਦੀ ਆਈਡੀਓਲੋਜੀ, ਭਾਜਪਾ ਪਾਰਟੀ ਦੇ ਸਿਆਸਤਦਾਨ ਹੁਣ ਕੀ ਮੁੱਦਾ ਲੈ ਕੇ ਪਹੁੰਚਣਗੇ ਵੀ ਜਿਸ ਕਰਕੇ ਉਹਨਾਂ ਨੂੰ ਵੋਟ ਮਿਲੇ? भारतीय जनता पार्टी की जिस स्टेट ते सरकार आई है, अमन शांति आई है। बाकी स्टेटा छड्डो, यूपी देख लो, किन्नी गुंडागर्दी होंदी सी और किन्ने बदमाश होंदे सी, किन्ने महीने और किन्ने फरोतियां लित्ती जांदी सी। कोई बहन बेटी उत्थे सेफ नहीं सी, जाके पुछो। बलात्कारां दे मामले तो अज भी नहीं कटे। अज कित्थे बलात्कार दे मामले है? अज कोई उत्थे चूं नहीं करता, रात को कोई निकले, लोग की उत्थों दे लोग की उत्थे जाके गल करो। जदों दी मोदी सरकार आई है, बदमाश जिहड़े सीगे ना, उन्होंने शरण किने दित्ती? कैप्टन साहब ने शरण किने दित्ती? राजस्थान वाले ने, कांग्रेसियां ने शरण दित्ती। जिस दिन मोदी सरकार बनी सी उस दिन सारे बदमाश बच गए सी। तारन सारी दी गल कर बड़े है, और बड़े है, एक थोड़ा ही हो, किन्ने न किन्ने है। और अज उत्थे तुसीं मोटरसाइकिल दे विच चाबी छड़ दिओ, मोटरसाइकिल कोई नहीं ले जाता। और पंजाब दे विच मोटरसाइकिल गली ते छड़ के रोटी खाण जाओ, रोटी खा के बाहर जाओ तो मोटरसाइकिल नहीं मिलता।
ਇਹ ਸੀਗੇ ਜੀ ਸੁਰਜੀਤ ਕੁਮਾਰ ਜੈਣੀ ਜੀ, ਜੋ ਕਿ ਲਗਾਤਾਰ ਭਾਜਪਾ ਦੀ ਆਈਡੀਓਲੋਜੀ ਦੇ ਨਾਲ ਖੜਨ ਦੀ ਗੱਲ ਕਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਵੀ ਪਿੰਡਾਂ ਦੇ ਵਿੱਚ ਜਾਵਾਂਗੇ, ਉਹਨਾਂ ਨੂੰ ਕਵਾਂਗੇ ਅਸੀਂ ਵੋਟ ਆਪਣੇ ਵਾਸਤੇ ਨਹੀਂ, ਤੁਹਾਡੇ ਵਾਸਤੇ, ਤੁਹਾਡੀ ਅਮਨ ਸ਼ਾਂਤੀ ਵਾਸਤੇ ਮੰਗਣ ਆ ਰਹੇ ਹਾਂ। ਹੁਣ ਕੀ ਤੁਸੀਂ ਭਾਜਪਾ ਨੂੰ, ਜੈਣੀ ਸਾਹਿਬ ਨੂੰ ਵੋਟ ਦਿਓਗੇ? ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਰੱਖ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਜੈਣੀ ਸਾਹਿਬ ਸਾਡੇ ਨਾਲ ਜੁੜਨ ਵਾਸਤੇ। ਧੰਨਵਾਦ। ਸੋ ਇਹ ਸੀਗਾ ਜੀ ਸੁਰਜੀਤ ਕੁਮਾਰ ਜੈਣੀ ਦੇ ਨਾਲ ਵਿਜ਼ਨ ਪੰਜਾਬ ਟੀਵੀ ਤੋਂ ਖਾਸ ਇੰਟਰਵਿਊ। ਤੁਸੀਂ ਇਸ ਇੰਟਰਵਿਊ ਬਾਰੇ ਵਿਚਾਰ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ, ਕਿਉਂਕਿ ਵਿਜ਼ਨ ਪੰਜਾਬ ਚੱਲਦਾ ਹੈ ਹਰ ਕਦਮ ਤੁਹਾਡੇ ਨਾਲ।